ਸਭ ਤੋਂ ਵੱਡਾ ਕਲਾਕਾਰ ਪਰਮਾਤਮਾ ਹੈ। ਉਸਨੇ ਇੱਕ ਤੋਂ ਅਨੇਕ ਬਣ ਕੇ ਇਹ ਸ੍ਰਿਸ਼ਟੀ ਸਾਜੀ ਹੈ। ਇਸ ਵਿੱਚ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹਨ। ਨੀਲਾ ਆਕਾਸ਼ ਬਣਾਇਆ ਹੈ। ਨੀਲੇ ਆਕਾਸ਼ ਵਿੱਚ ਚੰਦ ਤਾਰੇ ਬਣਾਏ ਹਨ। ਸ਼ਾਮ ਸਵੇਰੇ ਆਕਾਸ਼ ਵਿੱਚ ਅਨੇਕਾਂ ਕਿਸਮ ਦੇ ਰੰਗ ਸਾਡੇ ਮਨ ਨੂੰ ਮੋਹਦੇ ਹਨ। ਧਰਤੀ ਨੂੰ ਸੁੰਦਰ ਬਣਾਉਣ ਲਈ ਕਈ ਕਿਸਮਾਂ ਦੇ ਫੁੱਲ ਅਤੇ ਬੇਲ ਬੂਟੇ ਬਣਾਏ ਹਨ। ਵੱਖ-ਵੱਖ ਕਿਸਮਾਂ ਦੇ ਪੰਛੀ, ਜਾਨਵਰ ਅਤੇ ਮਨੁੱਖ ਸਾਜੇ ਹਨ। ਮਨੁੱਖ ਵੀ ਪਰਮਾਤਮਾ ਦਾ ਰੂਪ ਹੈ। ਉਹ ਵੀ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਦਾ ਸ਼ੌਂਕ ਰੱਖਦਾ ਹੈ। ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਕਲਾ ਦਾ ਸਹਾਰਾ ਲੈਂਦਾ ਹੈ। ਉਹ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਉਂਦਾ ਹੈ, ਬੁੱਤ ਕੱਢਦਾ ਹੈ, ਆਪਣੀ ਆਵਾਜ਼ ਨੂੰ ਸੁਰੀਲਾ ਬਣਾ ਕੇ ਆਪਣੇ ਵਲਵਲਿਆਂ ਨੂੰ ਉਸ ਰਾਹੀਂ ਪ੍ਰਗਟ ਕਰਦਾ ਹੈ, ਜਾਂ ਸੋਹਣੇ ਸੋਹਣੇ ਸ਼ਬਦ ਕੱਢ ਕੇ ਆਪਣੇ ਅੰਦਰ ਉਤਪੰਨ ਹੋਏ ਵਲਵਲਿਆਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਆਪਣੇ ਸਰੀਰ ਦੇ ਅੰਗਾਂ ਨੂੰ ਇੱਕ ਅਦੁੱਤੀ ਲੈਅ ਵਿੱਚ ਢਾਲ ਕੇ ਆਪਣੀ ਖੁਸ਼ੀ ਤੇ ਗਮੀ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਸਾਧਨਾਂ ਨੂੰ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਮਨ ਵਿੱਚ ਪੈਦਾ ਹੋਏ ਕੋਮਲ ਭਾਵਾਂ ਨੂੰ ਪ੍ਰਗਟ ਕਰਦਾ ਹੈ, ਅਸੀਂ ਕੋਮਲ ਕਲਾ ਦਾ ਨਾਂ ਦਿੰਦੇ ਹਾਂ। ਕੋਮਲ ਕਲਾ ਦੀਆਂ ਕਈ ਸ਼ਾਖਾ ਹਨ: ਚਿੱਤਰਕਲਾ, ਸੰਗੀਤ ਕਲਾ, ਮੂਰਤੀ ਕਲਾ, ਕਵਿਤਾ ਅਤੇ ਨ੍ਰਿਤ ਕਲਾ। ਮਨੁੱਖ ਨੂੰ ਆਪਣੇ ਸਰੀਰ ਅਤੇ ਆਤਮਕ ਵਿਕਾਸ ਲਈ ਕਈ ਸਾਧਨ ਅਪਣਾਉਣੇ ਪੈਂਦੇ ਹਨ। ਸਰੀਰ ਨੂੰ ਪਾਲਣ ਲਈ ਉਹਨੂੰ ਕੋਈ ਨਾ ਕੋਈ ਪੇਸ਼ਾ ਅਪਣਾਉਣਾ ਪੈਂਦਾ ਹੈ, ਜਿਸ ਦੁਆਰਾ ਉਹ ਆਪਣੇ ਜੀਵਨ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕਰ ਸਕੇ। ਉਹ ਮਿਹਨਤ ਮਜ਼ਦੂਰੀ ਕਰਕੇ ਪੈਸੇ ਕਮਾਉਂਦਾ ਹੈ। ਉਸ ਨਾਲ ਉਹ ਆਪਣੀ ਅਤੇ ਆਪਣੇ ਟੱਬਰ ਲਈ ਖਾਣ ਖਰਚਣ ਅਤੇ ਪਹਿਨਣ ਦਾ ਪ੍ਰਬੰਧ ਕਰਦਾ ਹੈ। ਪੈਸੇ ਜੋੜ ਕੇ ਰਹਿਣ ਲਈ ਮਕਾਨ ਬਣਾਉਂਦਾ ਹੈ, ਅਤੇ ਜਿਵੇਂ ਜਿਵੇਂ ਉਸਦੇ ਪਾਸ ਹੋਰ ਦੌਲਤ ਇਕੱਠੀ ਹੋਈ ਜਾਂਦੀ ਹੈ, ਉਹ ਐਸ਼ ਇਸ਼ਰਤ ਦੀਆਂ ਚੀਜ਼ਾਂ ਇਕੱਠੀਆਂ ਕਰੀ ਜਾਂਦਾ ਹੈ। ਜਾਨਵਰ ਕੇਵਲ ਸਰੀਰਕ ਲੋੜਾਂ ਨਾਲ ਹੀ ਸੰਤੁਸ਼ਟ ਹੋ ਜਾਂਦਾ ਹੈ, ਪਰ ਮਨੁੱਖ ਇਹਨਾਂ ਲੋੜਾਂ ਦੇ ਪੂਰੇ ਹੋ ਜਾਣ ਨਾਲ ਸੰਤੁਸ਼ਟ ਨਹੀਂ ਹੁੰਦਾ। ਜਦ ਮਨੁੱਖ ਸਰੀਰਕ ਲੋੜਾਂ ਤੋਂ ਉੱਪਰ ਉੱਠਦਾ ਹੈ ਤਾਂ ਪਸ਼ੂ ਜੀਵਨ ਵਿੱਚੋਂ ਨਿਕਲ ਕੇ ਮਨੁੱਖੀ ਜੀਵਨ ਵਿੱਚ ਪੈਰ ਰੱਖਦਾ ਹੈ। ਇਹ ਲੋੜਾਂ ਕਿਹੜੀਆਂ ਹਨ? ਸ਼ਿਵਮ, ਸਤਿਅਮ, ਸੁੰਦਰਮ, ਭਾਵ ਸ਼ਕਤੀ, ਸੱਚ ਅਤੇ ਸੁੰਦਰਤਾ। ਸ਼ਕਤੀ ਅਤੇ ਸੱਚ ਪਰਮਾਤਮਾ ਦੇ ਨਿਰਾਕਾਰ ਰੂਪ ਹਨ। ਸੁੰਦਰਤਾ ਉਹਦਾ ਸਾਹਕਾਰ ਰੂਪ ਹੈ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਾਪਤ ਕਰਨ ਨਾਲ ਮਨੁੱਖ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਸ਼ਕਤੀ ਦੁਆਰਾ ਮਨੁੱਖ ਨੇ ਔਕੜਾਂ ਦਾ ਟਾਕਰਾ ਕਰਕੇ ਵੱਡੇ ਵੱਡੇ ਚਮਤਕਾਰ ਕਰ ਵਿਖਾਏ ਹਨ। ਸੱਚ ਦੀ ਭਾਲ ਵਿੱਚ ਮਨੁੱਖ ਆਪਣਾ ਸੁੱਖ, ਆਰਾਮ ਅਤੇ ਆਪਣਾ ਜੀਵਨ ਤੱਕ ਤਿਆਗ ਦਿੰਦਾ ਹੈ। ਸੱਚ ਦੁਆਰਾ ਅਗਿਆਨ ਦਾ ਹਨੇਰਾ ਦੂਰ ਹੁੰਦਾ ਹੈ। ਸੁੰਦਰਤਾ ਦੁਆਰਾ ਮਨੁੱਖ ਕਲਾਕਾਰ ਬਣਦਾ ਹੈ। ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਂਦਾ ਹੈ। ਉਹ ਸਰੀਰ ਨੂੰ ਕੱਜਣ ਲਈ ਸਿਰਫ ਕੱਪੜਾ ਹੀ ਨਹੀਂ ਬਣਾਉਂਦਾ, ਬਲਕਿ ਉਸ 'ਤੇ ਫੁੱਲ ਬੂਟੇ ਪਾਉਂਦਾ ਹੈ। ਉਹਨਾਂ ਤੋਂ ਸੋਹਣੇ ਸੋਹਣੇ ਨਮੂਨਿਆਂ ਦੇ ਲਿਬਾਸ ਬਣਾ ਕੇ ਪਹਿਨਦਾ ਹੈ। ਰਹਿਣ ਲਈ ਨਿਰੀ ਚਾਰਦੀਵਾਰੀ ਹੀ ਨਹੀਂ ਖੜੀ ਕਰ ਲੈਂਦਾ, ਬਲਕਿ ਉਸ ਚਾਰਦੀਵਾਰੀ ਵਿੱਚ ਸੋਹਣੇ ਸੋਹਣੇ ਕਮਰੇ ਬਣਾ ਕੇ ਉਹਨਾਂ ਵਿੱਚ ਸੋਹਣੇ ਸੋਹਣੇ ਚਿੱਤਰ ਟੰਗਦਾ ਹੈ। ਮਕਾਨ ਦੇ ਬਾਹਰ ਕਿਆਰੀਆਂ ਲਾ ਕੇ ਰੰਗ ਬਿਰੰਗੇ ਫੁੱਲ ਲਾਉਂਦਾ ਹੈ। ਉਹ ਆਪਣੀ ਆਵਾਜ਼ ਨੂੰ ਕੇਵਲ ਗੱਲਾਂ ਕਰਨ ਲਈ ਨਹੀਂ ਵਰਤਦਾ, ਬਲਕਿ ਉਹਨੂੰ ਇੱਕ ਲੈਅ ਵਿੱਚ ਬਣ ਕੇ ਐਸੀਆਂ ਸੁਰਾਂ ਕੱਢਦਾ ਹੈ ਜੋ ਨਾ ਕੇਵਲ ਉਹਦੀ ਆਪਣੀ ਆਤਮਾ ਨੂੰ ਬਲਕਿ ਸੁਣਨ ਵਾਲਿਆਂ ਨੂੰ ਖੁਸ਼ੀ ਦਿੰਦੀ ਹੈ। ਇਸੇ ਤਰ੍ਹਾਂ ਮਨੁੱਖ ਆਪਣੇ ਸਰੀਰ ਦੇ ਅੰਗਾਂ ਨੂੰ ਕੇਵਲ ਜ਼ਰੂਰੀ ਕੰਮ ਕਰਨ ਲਈ ਨਹੀਂ ਵਰਤਦਾ, ਬਲਕਿ ਉਹਨਾਂ ਵਿੱਚ ਇੱਕ ਖਾਸ ਕਿਸਮ ਦੀ ਲੈਅ ਬਣਦਾ ਹੈ ਜੋ ਉਹਦੇ ਅੰਦਰਲੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਜਿਸ ਵੇਲੇ ਮਨੁੱਖ ਆਪਣੇ ਅੰਦਰਲੇ ਉੱਚ ਭਾਵਾਂ ਨੂੰ ਕਲਾ ਦੁਆਰਾ ਪੇਸ਼ ਕਰਦਾ ਹੈ ਤਾਂ ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਕਲਾ ਸਾਡੇ ਜੀਵਨ ਦੇ ਹਰ ਪੱਖ 'ਤੇ ਅਸਰ ਕਰਦੀ ਹੈ। ਮੂਰਤੀ ਕਲਾ ਬਿਨਾਂ ਯਾਦਗਾਰਾਂ, ਗਹਿਣੇ ਅਤੇ ਸਿੱਕਾ ਨਹੀਂ ਤਿਆਰ ਕੀਤੇ ਜਾ ਸਕਦੇ। ਚਿੱਤਰਕਲਾ ਬਿਨਾਂ ਕੰਧ ਚਿੱਤਰ ਨਹੀਂ ਬਣਾਏ ਜਾ ਸਕਦੇ। ਨਾ ਹੀ ਤਸਵੀਰਾਂ, ਇਸ਼ਤਿਹਾਰ, ਨੋਟ ਜਾਂ ਟਿਕਟਾਂ ਆਦਿ ਬਣਾਈਆਂ ਜਾ ਸਕਦੀਆਂ ਹਨ। ਨਾ ਹੀ ਗਲੀਚੇ, ਦਰੀਆਂ ਅਤੇ ਕੱਪੜਿਆਂ ਦੇ ਵੰਨ ਸੁਵੰਨੇ ਨਮੂਨੇ ਬਣ ਸਕਦੇ ਹਨ। ਭਵਨ ਕਲਾ ਬਿਨਾਂ ਸੁੰਦਰ ਇਮਾਰਤਾਂ ਅਤੇ ਯਾਦਗਾਰਾਂ ਨਹੀਂ ਬਣਾਈਆਂ ਜਾ ਸਕਦੀਆਂ, ਅਤੇ ਇਸ ਕਲਾ ਤੋਂ ਬਿਨਾਂ ਸਾਡਾ ਜੀਵਨ ਪੱਥਰ ਯੁੱਗ ਦੇ ਮਨੁੱਖ ਵਰਗਾ ਬਣ ਜਾਏਗਾ। ਇਹ ਜ਼ਰੂਰੀ ਨਹੀਂ ਕਿ ਜਿਸ ਨੇ ਕਲਾਕਾਰ ਬਣਨਾ ਹੋਵੇ ਉਹੀ ਕਲਾ ਬਾਰੇ ਸਿੱਖਿਆ ਪ੍ਰਾਪਤ ਕਰੇ। ਕਲਾ ਸਾਨੂੰ ਇਸ ਜੀਵਨ ਦੀ ਕਠਿਨ ਯਾਤਰਾ ਨੂੰ ਸਹਿਲ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਨ ਵਿੱਚ ਸਹਾਇਤਾ ਦਿੰਦੀ ਹੈ। ਇਹ ਸਾਨੂੰ ਜੇ ਕਲਾਕਾਰ ਨਹੀਂ ਤਾਂ ਸੁੰਦਰਤਾ ਦੇ ਪਾਰਖੂ ਜ਼ਰੂਰ ਬਣਾ ਦਿੰਦੀ ਹੈ। ਇਹ ਸਾਨੂੰ ਬੇਸ਼ੱਕ ਚਿੱਤਰ ਬਣਾਉਣੇ ਨਾ ਸਿਖਾਏ, ਪਰ ਇਹ ਸੋਹਣੇ ਚਿੱਤਰਾਂ ਨੂੰ ਪਛਾਣਨ ਅਤੇ ਉਹਨਾਂ ਤੋਂ ਆਨੰਦ ਪ੍ਰਾਪਤ ਕਰਨ ਵਿੱਚ ਜ਼ਰੂਰ ਸਹਾਇਤਾ ਦੇਵੇਗੀ। ਇਹ ਸ਼ਾਇਦ ਸਾਨੂੰ ਨ੍ਰਿਤ ਕਲਾਕਾਰ ਨਾ ਬਣਾਏ, ਪਰ ਸਾਡੀ ਚਾਲ ਢਾਲ ਵਿੱਚ ਇੱਕ ਸ਼ਬ ਜ਼ਰੂਰ ਲੈ ਆਵੇਗੀ। ਇਸ ਨਾਲ ਸਾਨੂੰ ਆਪਣੇ ਰਹਿਣ ਵਾਲਾ ਕਮਰਾ ਸਜਾਉਣਾ, ਕਿਤਾਬਾਂ ਮੇਜ਼ 'ਤੇ ਠੀਕ ਤਰ੍ਹਾਂ ਰੱਖਣੀਆਂ, ਤਸਵੀਰਾਂ ਦੀਵਾਰਾਂ 'ਤੇ ਟੰਗਣ ਅਤੇ ਕੱਪੜਿਆਂ ਨੂੰ ਸਜਾ ਕੇ ਪਾਉਣ ਦਾ ਵੱਲ ਆ ਜਾਵੇਗਾ। ਕਲਾ ਦੁਆਰਾ ਅਸੀਂ ਜੀਵਨ ਦਾ ਵੱਧ ਤੋਂ ਵੱਧ ਆਨੰਦ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਭਰਪੂਰ ਬਣਾ ਸਕਦੇ ਹਾਂ। ਕਲਾ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਅਤੇ ਨਿਸਫਲ ਰਹਿ ਜਾਏਗਾ।
ਅਸੀਂ ਕੇਵਲ ਚਿੱਤਰਕਲਾ ਬਾਰੇ ਹੀ ਵਰਣਨ ਕਰਦੇ ਹਾਂ। ਚਿੱਤਰਕਲਾ ਆਪਣੇ ਮਨ ਦੇ ਭਾਵਾਂ ਨੂੰ ਤੇ ਰੰਗ ਤੇ ਰੇਖਾ ਦੁਆਰਾ ਪ੍ਰਗਟ ਕਰਦਾ ਹੈ। ਇਸ ਲਈ ਉਹਨੂੰ ਰੰਗ ਤੇ ਰੇਖਾ ਦੇ ਗੁਣਾਂ ਬਾਰੇ ਪੂਰੀ ਸੋਝੀ ਹੋਣੀ ਜ਼ਰੂਰੀ ਹੈ। ਜੀਵਨ ਨੂੰ ਸੁਚੱਜਾ ਬਣਾਉਣ ਲਈ, ਉਹਨੂੰ ਆਤਮਿਕ ਉਚਾਣ ਤੇ ਲਿਆਉਣ ਲਈ, ਪੁਰਾਤਨ ਸੱਭਿਅਤਾ ਨੂੰ ਸਮਝਣ ਲਈ, ਦ੍ਰਿਸ਼ਟੀ ਨੂੰ ਤਿੱਖਿਆ ਕਰਨ ਲਈ ਤੇ ਹੱਥ ਦੇ ਕੰਮ ਵਿੱਚ ਨਿਪੁੰਨਤਾ ਲਿਆਉਣ ਲਈ ਚਿੱਤਰਕਲਾ ਦੇ ਮੁੱਖ ਸਿਧਾਂਤਾਂ ਬਾਰੇ ਗਿਆਨ ਹੋਣਾ ਜ਼ਰੂਰੀ ਹੈ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਵਮਰਾ। ਚਿੱਤਰਕਲਾ ਦੇ ਮੁੱਖ ਸਿਧਾਂਤ। ਚਿੱਤਰਕਲਾ ਦੀ ਵੱਡੀ ਪਰਖ ਸੁੰਦਰਤਾ ਹੈ, ਪਰ ਸੁੰਦਰਤਾ ਦਾ ਖਾਸ ਇੱਕ ਰੂਪ ਨਹੀਂ ਹੁੰਦਾ। ਇਹ ਕੁਝ ਅਸੂਲਾਂ 'ਤੇ ਨਿਰਭਰ ਹੁੰਦੀ ਹੈ। ਜਦੋਂ ਕੋਈ ਵੀ ਚਿੱਤਰ ਇਹਨਾਂ ਅਸੂਲਾਂ 'ਤੇ ਪੂਰਾ ਉਤਰਦਾ ਹੈ ਤਾਂ ਅਸੀਂ ਉਸਨੂੰ ਕਲਾ ਦਾ ਨਾਂ ਦੇ ਦਿੰਦੇ ਹਾਂ। ਜਿਵੇਂ ਜਿਵੇਂ ਸਾਨੂੰ ਇਹਨਾਂ ਅਸੂਲਾਂ ਦੀ ਸੋਝੀ ਹੁੰਦੀ ਜਾਂਦੀ ਹੈ, ਸਾਡੇ ਵਿੱਚ ਕਲਾ ਨੂੰ ਪਰਖਣ ਦੀ ਅਤੇ ਉਸ ਤੋਂ ਆਨੰਦ ਪ੍ਰਾਪਤ ਕਰਨ ਦੀ ਸ਼ਕਤੀ ਵੀ ਨਾਲ ਨਾਲ ਵੱਧਦੀ ਜਾਂਦੀ ਹੈ। ਸਮਤੁਲਤਾ। ਸੁੰਦਰਤਾ ਦਾ ਪਹਿਲਾ ਅਸੂਲ ਸਮਤੁਲਤਾ ਦਾ ਹੈ, ਭਾਵ ਚਿੱਤਰ ਵਿੱਚ ਦਰਸਾਈਆਂ ਗਈਆਂ ਵਸਤਾਂ ਉਸਦੇ ਸੱਜੇ ਅਤੇ ਖੱਬੇ ਪਾਸੇ ਇਸ ਤਰ੍ਹਾਂ ਸਜਾਉਣੀਆਂ ਚਾਹੀਦੀਆਂ ਹਨ ਕਿ ਸਾਡੀ ਨਜ਼ਰ ਇੱਕ ਪਾਸੇ ਵੱਲ ਹੀ ਨਾ ਉੱਲਰ ਜਾਏ। ਇਹ ਅਸੂਲ ਚਿੱਤਰਕਲਾ ਵਿੱਚ ਬੜਾ ਮਹੱਤਵ ਰੱਖਦਾ ਹੈ। ਜਦੋਂ ਅਸੀਂ ਕਿਸੇ ਤਸਵੀਰ ਨੂੰ ਕੰਧ 'ਤੇ ਲਟਕਾਉਣ ਲੱਗਦੇ ਹਾਂ ਤਾਂ ਸਾਨੂੰ ਇਸ ਅਸੂਲ ਦਾ ਗਿਆਨ ਹੁੰਦਾ ਹੈ। ਕੋਈ ਵੀ ਮਨੁੱਖ ਇੱਕ ਵਿੰਗੀ ਲਟਕ ਰਹੀ ਤਸਵੀਰ ਨੂੰ ਪਸੰਦ ਨਹੀਂ ਕਰੇਗਾ, ਕਿਉਂਕਿ ਉਹਦੇ ਸਿੱਧੇ ਲਟਕਣ ਵਿੱਚ ਹੀ ਉਹਦੀ ਸਥਿਰਤਾ ਤੇ ਸੁਹੱਪਣ ਹੈ। ਇਸੇ ਤਰ੍ਹਾਂ ਸਾਡੇ 'ਤੇ ਉਹੀ ਚਿੱਤਰ ਪ੍ਰਭਾਵ ਪਾ ਸਕਦਾ ਹੈ ਜਿਸ ਵਿੱਚ ਸਮਤੁਲਤਾ ਹੋਵੇ। ਸਮਤੁਲਤਾ ਪ੍ਰਾਪਤ ਕਰਨ ਲਈ ਚਿੱਤਰਕਾਰ ਕਈ ਸਾਧਨ ਵਰਤਦਾ ਹੈ। ਸਭ ਤੋਂ ਸਹਿਲ ਤਰੀਕਾ ਸਡੋਲਤਾ ਹੈ। ਅਸੀਂ ਇਸ ਨੂੰ ਕੁਦਰਤ ਦੀਆਂ ਰਚੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਵੇਖਦੇ ਹਾਂ। ਕੁਦਰਤ ਸਭ ਤੋਂ ਵੱਡੀ ਕਲਾਕਾਰ ਹੈ। ਉਸਨੇ ਹਰ ਚੀਜ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸਡੋਲਤਾ ਰੱਖੀ ਹੈ। ਉਦਾਹਰਨ ਦੇ ਤੌਰ 'ਤੇ ਜੇ ਅਸੀਂ ਇੱਕ ਰੇਖਾ ਖਿੱਚੀਏ ਜਿਹੜੀ ਨੱਕ ਤੋਂ ਲੰਘਦੀ ਹੋਈ ਚਿਹਰੇ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ, ਤਾਂ ਉਸ ਲਕੀਰ ਦੇ ਦੋਹਾਂ ਪਾਸੇ ਹੂ ਬਹੂ ਇੱਕੋ ਕਿਸਮ ਦੇ ਅੰਗ, ਅੱਖ, ਕੰਨ, ਗਲ ਆਦਿ ਹੋਣਗੇ। ਪਸ਼ੂ ਪੰਛੀ ਰੁੱਖਾਂ 'ਤੇ ਸਡੋਲਤਾ ਦੇ ਅਸੂਲ ਨੂੰ ਸਪਸ਼ਟ ਕਰਦੇ ਹਨ ਅਤੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੁਦਰਤ ਨੇ ਸੁੰਦਰਤਾ ਬਣਾਉਣ ਲਈ ਸਮਤੁਲਤਾ ਦੇ ਇਸ ਸਿਧਾਂਤ ਨੂੰ ਕਿੰਨੀ ਨਿਪੁੰਨਤਾ ਨਾਲ ਵਰਤਿਆ ਹੈ। ਗਾਲੜ ਜਾਂ ਮੋਰ ਦੀ ਮਿਸਾਲ ਲਓ। ਗਾਲੜ ਦੇ ਧੜ ਦੇ ਇੱਕ ਪਾਸੇ ਉਹਦੇ ਲੰਬੂਤਰੇ ਜਿਹੇ ਮੂੰਹ ਨੂੰ ਸਮਤੁਲ ਕਰਨ ਲਈ ਦੂਜੇ ਪਾਸੇ ਕੁਦਰਤ ਨੇ ਲੰਮੀ ਸਾਰੀ ਪੂਛ ਬਣਾ ਦਿੱਤੀ ਹੈ। ਜੇ ਮੋਰ ਦੀ ਗਰਦਨ ਲੰਮੀ ਹੈ ਤਾਂ ਉਸਦੇ ਸਰੀਰ ਨੂੰ ਸਮਤੁਲ ਰੱਖਣ ਲਈ ਉਹਦੇ ਦੂਜੇ ਪਾਸੇ ਉਹਦੀ ਪੂਛ ਵੀ ਉਤਨੀ ਹੀ ਲੰਮੀ ਬਣਾ ਦਿੱਤੀ ਹੈ। ਜੇ ਮੋਰ ਜਾਂ ਗਾਲੜ ਦੀ ਪੂਛ ਕੱਟ ਦਿੱਤੀ ਜਾਏ ਤਾਂ ਉਸਦੀ ਸੁੰਦਰਤਾ, ਜਿਸ ਲਈ ਅਸੀਂ ਉਸਨੂੰ ਪਸੰਦ ਕਰਦੇ ਹਾਂ, ਬਿਲਕੁਲ ਖਤਮ ਹੋ ਜਾਏਗੀ ਤੇ ਉਹ ਬਦਸੂਰਤ ਲੱਗਣ ਲੱਗ ਜਾਏਗਾ। ਜੇ ਕਿਸੇ ਤਸਵੀਰ ਵਿੱਚ ਇੱਕ ਪਾਸੇ ਰੁੱਖਾਂ ਦਾ ਝੁੰਡ ਹੈ ਤੇ ਦੂਜੇ ਪਾਸੇ ਕੁਝ ਨਹੀਂ, ਤਾਂ ਸਾਡੀ ਨਜ਼ਰ ਚਿੱਤਰ ਦੇ ਇੱਕੋ ਪਾਸੇ ਉਲਝ ਪਵੇਗੀ। ਉਸ ਚਿੱਤਰ ਨੂੰ ਸੁਚੱਜਾ ਬਣਾਉਣ ਲਈ ਸਾਨੂੰ ਸਮਤੁਲਤਾ ਦੇ ਅਸੂਲ ਦਾ ਸਹਾਰਾ ਲੈਣਾ ਪਵੇਗਾ। ਦੂਜੇ ਪਾਸੇ ਸਾਨੂੰ ਕੋਈ ਪਹਾੜ, ਕਿਸ਼ਤੀ ਜਾਂ ਕੋਈ ਹੋਰ ਚੀਜ਼ ਬਣਾਉਣੀ ਪਵੇਗੀ। ਕਈ ਚਿੱਤਰਕਾਰ ਚਿੱਤਰ ਵਿੱਚ ਦਰਸਾਈਆਂ ਗਈਆਂ ਵਸਤੂਆਂ ਦੀ ਗਿਣਤੀ ਚਿੱਤਰ ਵਿੱਚ ਸੱਜੇ ਅਤੇ ਖੱਬੇ ਪਾਸੇ ਇੱਕੋ ਜਿੰਨੀ ਕਰਕੇ ਸਮਤੁਲਤਾ ਪ੍ਰਾਪਤ ਕਰ ਲੈਂਦੇ ਹਨ। ਸਮਤੁਲਤਾ ਪ੍ਰਾਪਤ ਕਰਨ ਦਾ ਇਹ ਸਭ ਤੋਂ ਸਹਿਲ ਢੰਗ ਹੈ। ਜੇ ਉਹਨਾਂ ਦੇ ਚਿੱਤਰ ਵਿੱਚ ਇੱਕ ਪਾਸੇ 3 ਮਨੁੱਖ ਹੋਣ ਤਾਂ ਦੂਜੇ ਪਾਸੇ ਵੀ 3 ਮਨੁੱਖ ਬਣਾ ਦਿੰਦੇ ਹਨ। ਇਹ ਢੰਗ ਜ਼ਿਆਦਾ ਕਾਂਗੜਾ ਤੇ ਮੁਗਲ ਚਿੱਤਰਕਲਾ ਵਿੱਚ ਅਪਣਾਇਆ ਗਿਆ ਹੈ। ਇਸੇ ਤਰ੍ਹਾਂ ਜੇ ਤਸਵੀਰ ਦੇ ਇੱਕ ਪਾਸੇ ਕੁਝ ਭਾਰੇ ਪੱਥਰ, ਚਟਾਨਾਂ, ਦਰਖਤ ਜਾਂ ਕੁਝ ਮਨੁੱਖ ਹਨ ਤਾਂ ਤਸਵੀਰ ਦੇ ਦੂਜੇ ਪਾਸੇ ਆਕਾਸ਼ ਦਾ ਰੰਗ ਜ਼ਰਾ ਗਹਿਰਾ ਵਿਖਾ ਕੇ ਸਮਤੁਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਲੈਅ। ਸੁੰਦਰਤਾ ਦਾ ਦੂਸਰਾ ਅਸੂਲ ਲੈਅ ਹੈ। ਜੇ ਕੋਈ ਨਕਸ਼ ਇੱਕੋ ਜਿਹੇ ਵਿੱਥ 'ਤੇ ਬਾਰ-ਬਾਰ ਖਿੱਚਿਆ ਜਾਏ ਤਾਂ ਅਸੀਂ ਉਸ ਵਿੱਚ ਇੱਕ ਖਾਸ ਕਿਸਮ ਦੀ ਗਤੀ ਅਨੁਭਵ ਕਰਨ ਲੱਗ ਪਵਾਂਗੇ, ਜਿਹੜੀ ਸਾਡੀ ਨਜ਼ਰ ਨੂੰ ਇੱਕ ਨਕਸ਼ ਤੋਂ ਦੂਸਰੇ ਨਕਸ਼ ਵੱਲ ਆਪਣੇ ਆਪ ਖਿੱਚੀ ਤੁਰੀ ਜਾਏਗੀ ਤੇ ਅਸੀਂ ਉਹਨਾਂ ਨਕਸ਼ਾਂ ਦੀ ਆਪਸੀ ਅਲੱਦਗੀ ਮਹਿਸੂਸ ਨਹੀਂ ਕਰਾਂਗੇ। ਸਾਨੂੰ ਆਪਣੀ ਨਜ਼ਰ ਇੱਕ ਥਾਂ ਤੋਂ ਹਟਾ ਕੇ ਦੂਜੀ ਥਾਂ ਵੱਲ ਲੈ ਜਾਣ ਦੀ ਔਕੜ ਪੇਸ਼ ਨਹੀਂ ਆਏਗੀ, ਬਲਕਿ ਉਹ ਸੁਭਾਵਕ ਹੀ ਚਿੱਤਰ ਦੇ ਇੱਕ ਪਾਸੇ ਤੋਂ ਸਹਿਲ ਹੀ ਇੱਕ ਅਟੁੱਟ ਲੜੀ ਵਿੱਚ ਪਰੋਤੀ ਹੋਈ ਦੂਜੇ ਪਾਸੇ ਪਹੁੰਚ ਜਾਵੇਗੀ। ਕੁਦਰਤੀ ਦ੍ਰਿਸ਼ਾਂ ਵਿੱਚ ਵੀ ਲੈਅ ਇੱਕ ਵਿਸ਼ੇਸ਼ ਥਾਂ ਰੱਖਦੀ ਹੈ। ਜੇ ਅਸੀਂ ਪਹਾੜਾਂ, ਬੱਦਲਾਂ, ਰੁੱਖਾਂ, ਫਲਾਂ, ਫੁੱਲਾਂ ਤੇ ਪੱਤਿਆਂ ਦਾ ਆਕਾਰ ਖਿੱਚੀਏ ਤਾਂ ਇਹਨਾਂ ਦੀ ਬਾਹਰਲੀ ਸੀਮਾ ਦਰਸਾਉਣ ਵਾਲੀ ਰੇਖਾ ਬਿਨਾਂ ਟੁੱਟਣ ਤੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਜਾਂਦੀ ਹੈ। ਇੱਕ ਬੇਟੱਬੇ ਜਿਹੇ ਕਾਲੇ ਨਿਸ਼ਾਨ ਵਿੱਚ ਕੋਈ ਸੁੰਦਰਤਾ ਨਹੀਂ ਹੁੰਦੀ, ਪਰ ਜੇ ਅਸੀਂ ਇਹੋ ਜਿਹੇ ਬਹੁਤ ਸਾਰੇ ਨਿਸ਼ਾਨ ਥੋੜ੍ਹੀ ਵਿੱਥ 'ਤੇ ਲਾ ਦਈਏ ਤਾਂ ਬਹੁਤ ਸੋਹਣੇ ਲੱਗਣਗੇ। ਇਸੇ ਤਰ੍ਹਾਂ ਇੱਕ ਇਕੱਲੀ ਰੇਖਾ ਵਿੱਚ ਕੋਈ ਸੁੰਦਰਤਾ ਨਹੀਂ, ਪਰ ਜੇ ਉਸ ਦੀਆਂ ਹੋਰ ਰੇਖਾਵਾਂ ਕੁਝ ਵਿੱਥ 'ਤੇ ਨਾਲ ਖਿੱਚੀਆਂ ਜਾਣ, ਜਿਵੇਂ ਕਿ ਜ਼ੈਬਰੇ ਜਾਂ ਸ਼ੇਰ ਦੇ ਸਰੀਰ 'ਤੇ ਹੁੰਦੀਆਂ ਹਨ, ਤਾਂ ਉਹ ਬੜੀਆਂ ਸੁੰਦਰ ਲੱਗਣਗੀਆਂ।
ਚਿੱਤਰ ਦਾ ਹਰ ਇੱਕ ਭਾਗ ਇਸ ਢੰਗ ਨਾਲ ਇੱਕ ਲੜੀ ਵਿੱਚ ਪਰੋਤਾ ਹੋਇਆ ਹੋਣਾ ਚਾਹੀਦਾ ਹੈ ਕਿ ਸਾਡੀ ਨਜ਼ਰ ਲਹਿਰ ਵਾਂਗ ਆਪਣੇ ਆਪ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਅਗਾਹਾਂ ਤੁਰੀ ਜਾਏ। ਲਹਿ ਤਸਵੀਰ ਦੇ ਇੱਕ ਭਾਗ ਨੂੰ ਦੂਜੇ ਭਾਗ ਨਾਲ ਜੋੜਦੀ ਹੈ ਤੇ ਬੇਜਾਨ ਤਸਵੀਰ ਵਿੱਚ ਜਾਨ ਪਾ ਦਿੰਦੀ ਹੈ। ਜਿਸ ਚਿੱਤਰ ਵਿੱਚ ਲਹਿ ਨਾ ਹੋਵੇ ਉਹ ਖੁਸ਼ੀ ਦੇਣ ਦੀ ਥਾਂ ਮਨ ਨੂੰ ਉਚਾਟ ਅਤੇ ਪਰੇਸ਼ਾਨ ਕਰਦਾ ਹੈ। ਲਹਿ ਕਈ ਚਿੱਤਰਕਾਰ ਤਿਕੋਣ ਦੇ ਰੂਪ ਵਿੱਚ ਜਾਂ ਅੰਗਰੇਜ਼ੀ ਦੇ ਅੱਖਰ ਐਸ ਜਾਂ ਯੂ ਦੇ ਰੂਪ ਵਿੱਚ ਪੈਦਾ ਕਰਦੇ ਹਨ। ਪ੍ਰਧਾਨਤਾ। ਸੁੰਦਰਤਾ ਦਾ ਤੀਜਾ ਅਸੂਲ ਪ੍ਰਧਾਨਤਾ ਹੈ। ਇੱਕ ਸਫੇਦ ਕਾਗਜ਼ ਜਾਂ ਕਲੀ ਕੀਤੀ ਹੋਈ ਕੰਧ ਸਾਡੀ ਨਜ਼ਰ ਨੂੰ ਆਪਣੀ ਵੱਲ ਨਹੀਂ ਖਿੱਚ ਸਕਦੀ, ਕਿਉਂਕਿ ਉਸ 'ਤੇ ਕੋਈ ਐਸਾ ਚਿੰਨ੍ਹ ਜਾਂ ਨਿਸ਼ਾਨ ਨਹੀਂ ਹੁੰਦਾ ਜਿਹੜਾ ਕੰਧ 'ਤੇ ਖਿਲਰੀ ਹੋਈ ਨਜ਼ਰ ਨੂੰ ਇੱਕ ਥਾਂ ਜਾ ਟਿਕਾਏ। ਪਰ ਜੇ ਅਸੀਂ ਸਫੇਦ ਕੰਧ 'ਤੇ ਕੋਈ ਸੋਹਣੀ ਜਿਹੀ ਤਸਵੀਰ ਟੰਗ ਦਈਏ ਤਾਂ ਉਸ ਕੰਧ ਦੀ ਮਹੱਤਤਾ ਵੱਧ ਜਾਂਦੀ ਹੈ ਤੇ ਸਾਡੀ ਨਜ਼ਰ ਇੱਧਰ ਉੱਧਰ ਜਾਣ ਦੀ ਥਾਂ ਉਸ ਤਸਵੀਰ 'ਤੇ ਜਾ ਟਿਕਦੀ ਹੈ ਤੇ ਉਹ ਕੰਧ ਜਿਹੜੀ ਸਾਡੇ ਲਈ ਕੋਈ ਦਿਲਚਸਪੀ ਨਹੀਂ ਸੀ ਰੱਖਦੀ, ਸਾਡੀ ਦਿਲਚਸਪੀ ਦਾ ਮੁੱਖ ਕੇਂਦਰ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿਸ ਤਸਵੀਰ ਵਿੱਚ ਸਾਡੀ ਨਜ਼ਰ ਨੂੰ ਖਿੱਚਣ ਲਈ ਕੋਈ ਮਹੱਤਵਪੂਰਨ ਬਿੰਦੂ ਨਹੀਂ ਹੁੰਦਾ, ਉਹ ਤਸਵੀਰ ਚਿੱਤਰਕਲਾ ਦੇ ਅਸੂਲ 'ਤੇ ਪੂਰੀ ਨਹੀਂ ਉਤਰਦੀ। ਪ੍ਰਧਾਨਤਾ ਜਾਂ ਤਾਂ ਕੇਂਦਰੀ ਭਾਵ ਨੂੰ ਚਿੱਤਰ ਦੇ ਬਾਕੀ ਹਿੱਸਿਆਂ ਨਾਲੋਂ ਗੂੜੇ ਰੰਗ ਵਿੱਚ ਬਣਾ ਕੇ ਜਾਂ ਆਕਾਰ ਵਿੱਚ ਵੱਡਾ ਖਿੱਚ ਕੇ ਦਰਸਾਈ ਜਾ ਸਕਦੀ ਹੈ। ਇਹਨਾਂ ਅਸੂਲਾਂ ਤੋਂ ਇਲਾਵਾ ਚਿੱਤਰਕਲਾ ਦੀ ਪਰਖ ਲਈ ਸਾਨੂੰ ਹੋਰ ਕਈ ਨਿੱਕੀਆਂ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਉਸ ਰੇਖਾ ਨੂੰ ਜਿੱਥੇ ਧਰਤੀ ਅਤੇ ਆਕਾਸ਼ ਆਪਸ ਵਿੱਚ ਮਿਲਦੇ ਜਾਪਦੇ ਹਨ ਖਤਿਜ ਕਹਿੰਦੇ ਹਨ। ਇਹ ਰੇਖਾ ਚਿੱਤਰ ਦੇ ਵਿਚਕਾਰ ਨਹੀਂ ਹੋਣੀ ਚਾਹੀਦੀ, ਬਲਕਿ ਉਸਦੇ ਅੱਧ ਤੋਂ ਉੱਪਰ ਜਾਂ ਅੱਧ ਤੋਂ ਥੱਲੇ ਹੋਣੀ ਚਾਹੀਦੀ ਹੈ। ਚਿੱਤਰ ਵਿਚਲੀਆਂ ਰੇਖਾਵਾਂ ਇੱਕ ਦੂਜੇ ਦੇ ਸਮਾਨ ਅੰਤਰ ਨਹੀਂ ਹੋਣੀਆਂ ਚਾਹੀਦੀਆਂ, ਬਲਕਿ ਉਹ ਇਸ ਤਰ੍ਹਾਂ ਖਿੱਚੀਆਂ ਜਾਣੀਆਂ ਚਾਹੀਦੀਆਂ ਹਨ ਕਿ ਉਹ ਇੱਕ ਦੂਜੇ ਨੂੰ ਕੱਟਣ। ਮੁੱਕਦੀ ਗੱਲ ਅਸੀਂ ਤਸਵੀਰ ਵਿੱਚ ਇਹ ਵੇਖਣਾ ਹੈ ਕਿ ਚਿੱਤਰ ਸਾਡੇ ਮਨ ਨੂੰ ਕਿਤਨੀ ਖੁਸ਼ੀ ਦਿੰਦਾ ਹੈ। ਇਸ ਵਿੱਚ ਹਰ ਵਸਤ ਇੱਕ ਦੂਜੇ ਨਾਲ ਗਹਿਰਾ ਸੰਬੰਧ ਰੱਖਦੀ ਹੈ ਕਿ ਨਹੀਂ ਅਤੇ ਇੱਕੋ ਹੀ ਨਜ਼ਰ ਨਾਲ ਚਿੱਤਰ ਨਾਲ ਆਪਣਾ ਅੰਤਰੀਵ ਭਾਵ ਪ੍ਰਗਟ ਕਰਦਾ ਹੈ ਕਿ ਨਹੀਂ। ਕਲਾ ਤੇ ਕੁਦਰਤ। ਚਿੱਤਰਕਾਰ ਉਸ ਚੀਜ਼ ਨੂੰ ਜਿਸ ਦਾ ਚਿੱਤਰ ਉਹਨੇ ਖਿੱਚਣਾ ਹੋਵੇ ਅਪਣਾ ਲੈਂਦਾ ਹੈ ਤੇ ਉਹ ਉਸ ਚਿੱਤਰ ਤੇ ਆਪਣੀ ਸ਼ਖਸੀਅਤ ਦੀ ਮੋਹਰ ਲਾ ਦਿੰਦਾ ਹੈ। ਇਸੇ ਕਰਕੇ ਕੈਮਰੇ ਦੀ ਖਿੱਚੀ ਹੋਈ ਤਸਵੀਰ ਅਤੇ ਚਿੱਤਰਕਾਰ ਦੇ ਬਣੇ ਹੋਏ ਚਿੱਤਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਕੈਮਰਾ ਕੇਵਲ ਇੱਕ ਮਸ਼ੀਨ ਹੈ ਤੇ ਜਿਸ ਰੂਪ ਵਿੱਚ ਕੋਈ ਵੀ ਵਸਤ ਜਾਂ ਦ੍ਰਿਸ਼ ਉਸਦੇ ਸਾਹਮਣੇ ਆਏ ਉਹ ਉਸ ਵਿੱਚ ਬਿਨਾਂ ਕਿਸੇ ਤਬਦੀਲੀ ਦੇ ਹੂ ਬਹੂ ਨਕਲ ਕਰ ਲੈਂਦਾ ਹੈ। ਪਰ ਚਿੱਤਰਕਾਰ ਦੀ ਬਾਹਰਲੀਆਂ ਅੱਖਾਂ ਤੋਂ ਇਲਾਵਾ ਇੱਕ ਅੰਦਰਲੀ ਅੱਖ ਵੀ ਹੁੰਦੀ ਹੈ ਜਿਸ ਨੂੰ ਮਨ ਕਹਿੰਦੇ ਹਨ, ਜੋ ਬਾਹਰਲੀ ਦੁਨੀਆ ਦੀ ਹਰ ਵਸਤ ਤੇ ਆਪਣੀ ਰੰਗਤ ਚਾੜ ਦਿੰਦਾ ਹੈ। ਮਨ ਦੀ ਇਸ ਸ਼ਕਤੀ ਨੂੰ ਭਾਵ ਕਹਿੰਦੇ ਹਨ ਤੇ ਜੋ ਇਸ ਦੇ ਅੰਦਰ ਉਤਪੰਨ ਹੋਏ ਵਿਚਾਰਾਂ ਜਾਂ ਵਲਵਲਿਆਂ ਦੁਆਰਾ ਪ੍ਰਗਟ ਹੁੰਦਾ ਹੈ। ਭਾਵੇਂ ਕਿਸੇ ਥਾਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੋਣ, ਪਰ ਸਾਨੂੰ ਕੇਵਲ ਉਹ ਚੀਜ਼ ਹੀ ਨਜ਼ਰ ਆਏਗੀ ਜਿਸ ਵਿੱਚ ਸਾਡੀ ਦਿਲਚਸਪੀ ਜ਼ਿਆਦਾ ਹੋਵੇ। ਬਾਕੀ ਚੀਜ਼ਾਂ ਪਈਆਂ ਹੋਈਆਂ ਸਾਨੂੰ ਵੀ ਨਹੀਂ ਦਿਸਣਗੀਆਂ, ਕਿਉਂਕਿ ਦੂਜੀ ਚੀਜ਼ ਵਿੱਚ ਦਿਲਚਸਪੀ ਕਾਰਨ ਮਨ ਸਾਡੇ ਸਭ ਖਿਆਲਾਂ ਨੂੰ ਉਸ ਚੀਜ਼ ਵਿੱਚ ਕੇਂਦਰਿਤ ਕਰ ਦਿੰਦਾ ਹੈ। ਇਸੇ ਤਰ੍ਹਾਂ ਮਾਤਾ ਆਪਣੇ ਬੱਚੇ ਵੱਲ ਕੇਵਲ ਆਪਣੀਆਂ ਬਾਹਰਲੀਆਂ ਦੋ ਅੱਖਾਂ ਨਾਲ ਹੀ ਨਹੀਂ, ਬਲਕਿ ਆਪਣੇ ਮਨ ਦੀ ਅੱਖ ਨਾਲ ਵੀ ਵੇਖਦੀ ਹੈ। ਇਸ ਲਈ ਉਹਨੂੰ ਆਪਣਾ ਬੱਚਾ ਭਾਵੇਂ ਉਹ ਕਿੰਨਾ ਕੋਝਾ ਵੀ ਕਿਉਂ ਨਾ ਹੋਵੇ, ਦੁਨੀਆ ਦੇ ਸਭ ਬੱਚਿਆਂ ਨਾਲੋਂ ਜ਼ਿਆਦਾ ਸੁੰਦਰ ਲੱਗਦਾ ਹੈ। ਕਹਿੰਦੇ ਹਨ ਕਿ ਸੁੰਦਰਤਾ ਪਿਆਰ ਕਰਨ ਵਾਲੇ ਦਾ ਤੇ ਆਪਣੇ ਪਿਆਰੇ ਨੂੰ ਇੱਕ ਤੋਹਫਾ ਹੈ। ਭਾਵ ਸੁੰਦਰਤਾ ਵੇਖਣ ਵਾਲੇ ਦੇ ਮਨ ਵਿੱਚੋਂ ਹੀ ਉਤਪੰਨ ਹੁੰਦੀ ਹੈ। ਚਿੱਤਰਕਾਰ ਬਾਹਰਲੀ ਦੁਨੀਆ ਨੂੰ ਸਦਾ ਆਪਣੇ ਅੰਦਰਲੇ ਭਾਵਾਂ ਦੁਆਰਾ ਤੱਕਦਾ ਹੈ। ਭਾਵ ਕਈ ਪ੍ਰਕਾਰ ਦਾ ਹੁੰਦਾ ਹੈ, ਪਿਆਰ ਦਾ, ਘਿਰਣਾ ਦਾ, ਖੁਸ਼ੀ, ਉਦਾਸੀ ਜਾਂ ਕ੍ਰੋਧ ਦਾ। ਹਰ ਭਾਵ ਚਿੱਤਰ ਨੂੰ ਆਪਣੇ ਹੀ ਰੰਗ ਵਿੱਚ ਰੰਗ ਦਿੰਦਾ ਹੈ। ਜੇ ਚਿੱਤਰਕਾਰ ਕਿਸੇ ਚੀਜ਼ ਨੂੰ ਪਿਆਰ ਦੇ ਭਾਵ ਨਾਲ ਤੱਕਦਾ ਹੈ ਤਾਂ ਉਸ ਚੀਜ਼ ਦੇ ਗੁਣ ਆਕਾਰ ਵਿੱਚ ਵੱਡੇ ਹੋ ਜਾਂਦੇ ਹਨ, ਔਗੁਣ ਛੁਪ ਜਾਂਦੇ ਹਨ ਤੇ ਉਸ ਦੇ ਗੁਣਾਂ ਨੂੰ ਵਧਾ ਚੜਾ ਕੇ ਦਰਸਾਉਂਦਾ ਹੈ। ਪਰ ਜੇ ਉਹ ਉਸ ਚੀਜ਼ ਨੂੰ ਘਿਰਣਾ ਦੇ ਭਾਵ ਨਾਲ ਤੱਕਦਾ ਹੈ ਤਾਂ ਉਹਨੂੰ ਉਸ ਚੀਜ਼ ਦੇ ਔਗੁਣ ਹੀ ਦਿਸਣਗੇ ਤੇ ਉਹਨਾਂ ਨੂੰ ਹੀ ਦਰਸਾਉਣ ਦੀ ਉਹ ਕੋਸ਼ਿਸ਼ ਕਰੇਗਾ। ਇਸੇ ਲਈ ਜੇ ਤਿੰਨ ਚਿੱਤਰਕਾਰ ਕਿਸੇ ਇੱਕ ਹੀ ਦ੍ਰਿਸ਼ ਦੇ ਅਲੱਗ-ਅਲੱਗ ਚਿੱਤਰ ਬਣਾਉਣ ਤਾਂ ਉਹਨਾਂ ਤਿੰਨਾਂ ਵਿੱਚ ਬੜਾ ਅੰਤਰ ਹੋਏਗਾ। ਭਾਵੇਂ ਇਹ ਜ਼ਰੂਰ ਪਛਾਣਿਆ ਜਾ ਸਕੇਗਾ ਕਿ ਇਹ ਚਿੱਤਰ ਕਿਸ ਦ੍ਰਿਸ਼ ਦੇ ਹਨ। ਕਾਰਨ ਇਹ ਹੈ ਕਿ ਉਹਨਾਂ ਨੇ ਉਸ ਸਾਂਝੇ ਦ੍ਰਿਸ਼ ਨੂੰ ਆਪਣੇ ਮਨ ਵਿੱਚ ਉਤਪੰਨ ਹੋਏ ਵੱਖ-ਵੱਖ ਭਾਵਾਂ ਰਾਹੀਂ ਗ੍ਰਹਿਣ ਕੀਤਾ ਹੈ। ਚਿੱਤਰਕਾਰ ਕਿਸੇ ਵੀ ਚੀਜ਼ ਨੂੰ ਜਿਸ ਦਾ ਉਹ ਚਿੱਤਰ ਖਿੱਚਦਾ ਹੈ, ਸੁੰਦਰਤਾ ਦੇ ਅਸੂਲਾਂ, ਆਕਾਰਕ ਸਮਤੁਲਤਾ, ਲੈਅ ਅਤੇ ਪ੍ਰਧਾਨਤਾ ਦੇ ਦਾਇਰੇ ਅੰਦਰ ਲੈ ਆਉਂਦਾ ਹੈ ਤੇ ਉਹ ਚੀਜ਼ ਦੇ ਜਿਹੜੇ ਭਾਗ ਉਹਨਾਂ ਅਸੂਲਾਂ 'ਤੇ ਪੂਰੇ ਨਹੀਂ ਉਤਰਦੇ ਉਹਨਾਂ ਨੂੰ ਚਿੱਤਰ ਵਿੱਚੋਂ ਬਾਹਰ ਕੱਢ ਦਿੰਦਾ ਹੈ ਤੇ ਜਿਹੜੀਆਂ ਚੀਜ਼ਾਂ ਉਹਨੂੰ ਸੁੰਦਰ ਬਣਾਉਣ ਲਈ ਚਾਹੀਦੀਆਂ ਹੋਣ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਚਿੱਤਰ ਵਿੱਚ ਜੋੜ ਦਿੰਦਾ ਹੈ ਤੇ ਉਸ ਚਿੱਤਰ ਨੂੰ ਕੁਦਰਤ ਦੇ ਸਾਧਾਰਨ ਦਾਇਰੇ ਵਿੱਚੋਂ ਕੱਢ ਕੇ
ਆਦਰਸ਼ਕ ਬਣਾ ਦਿੰਦਾ ਹੈ ਤੇ ਕੁਦਰਤੀ ਸੱਚਾਈ ਨੂੰ ਕਲਾ ਦੇ ਉੱਚ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਸਾਡੀ ਆਤਮਾ ਨੂੰ ਖੁਸ਼ੀ ਦਿੰਦਾ ਹੈ। ਵਿਅੰਗ। ਚਿੱਤਰਕਾਰ ਆਪਣੇ ਮਨੋਭਾਵ ਨੂੰ ਪ੍ਰਗਟ ਕਰਨ ਲਈ ਕਈ ਚੀਜ਼ਾਂ ਦੀ ਸਹਾਇਤਾ ਲੈਂਦਾ ਹੈ। ਉਹਨਾਂ ਵਿੱਚੋਂ ਇੱਕ ਹੈ ਵਿਅੰਗ। ਭਾਵੇਂ ਕਵਿਤਾ ਹੋਵੇ, ਭਾਵੇਂ ਸੰਗੀਤ ਜਾਂ ਚਿੱਤਰਕਲਾ, ਜਦ ਤੱਕ ਕਲਾ ਵਿੱਚ ਵਿਅੰਗ ਦਾ ਗੁਣ ਨਹੀਂ ਹੁੰਦਾ, ਉਹ ਕਲਾ ਕਹਾਉਣ ਦੇ ਯੋਗ ਨਹੀਂ ਹੁੰਦੀ। ਕਿਸੇ ਮਨੁੱਖ ਦੇ ਚਿਹਰੇ ਤੋਂ ਪਤਾ ਨਹੀਂ ਲੱਗ ਸਕਦਾ ਕਿ ਉਹ ਅਮੀਰ ਹੈ ਜਾਂ ਮੰਗਤਾ। ਜੇ ਅਸੀਂ ਕਿਸੇ ਅਮੀਰ ਦਾ ਚਿੱਤਰ ਖਿੱਚਣਾ ਹੋਵੇ ਤਾਂ ਅਸੀਂ ਉਸਨੂੰ ਕੀਮਤੀ ਬਸਤਰ ਪਹਿਨਾ ਕੇ, ਉਹਦੇ ਗਲ ਕੀਮਤੀ ਹਾਰ ਪਾ ਕੇ ਉਹਦੀ ਅਮੀਰੀ ਨੂੰ ਸਪਸ਼ਟ ਕਰ ਸਕਦੇ ਹਾਂ। ਜੇ ਉਸਨੂੰ ਗਰੀਬ ਦਰਸਾਉਣਾ ਹੋਵੇ ਤਾਂ ਉਹਦੇ ਫਟੇ ਪੁਰਾਣੇ ਬਸਤਰ ਪਹਿਨਾ ਕੇ ਤੇ ਪੈਰੋਂ ਨੰਗਾ ਵਿਖਾ ਕੇ ਆਪਣੀ ਮਨਸ਼ਾ ਪੂਰਾ ਕਰ ਸਕਦੇ ਹਾਂ। ਪਰ ਕਈ ਚਿੱਤਰ ਐਸੇ ਹੁੰਦੇ ਹਨ ਜਿਨ੍ਹਾਂ ਵਿੱਚ ਮਨੋਭਾਵ ਨੂੰ ਪ੍ਰਗਟ ਕਰਨਾ ਸਹਿਲ ਕੰਮ ਨਹੀਂ ਹੁੰਦਾ। ਫਰਜ਼ ਕਰੋ ਕਿ ਅਸੀਂ ਮੰਗਤੇ ਦਾ ਭਾਂਡਾ ਬਣਾਉਣਾ ਹੈ। ਕੇਵਲ ਇੱਕ ਸਧਾਰਨ ਭਾਂਡੇ ਦਾ ਚਿੱਤਰ ਖਿੱਚ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਮੰਗਤੇ ਦਾ ਭਾਂਡਾ ਹੈ। ਕਈ ਅਮੀਰਾਂ ਦੇ ਘਰ ਵੀ ਇਹੋ ਜਿਹਾ ਭਾਂਡਾ ਵਰਤਿਆ ਜਾ ਸਕਦਾ ਹੈ। ਜੇ ਅਸੀਂ ਉਸ ਨੂੰ ਟੁੱਟਾ ਭੱਜਾ ਤੇ ਮੈਲਾ ਕੁਚੈਲਾ ਬਣਾ ਕੇ ਆਪਣਾ ਭਾਵ ਪ੍ਰਗਟ ਕਰਨਾ ਚਾਹੀਏ ਤਾਂ ਵੀ ਅਸੀਂ ਸਫਲ ਨਹੀਂ ਹੋ ਸਕਾਂਗੇ, ਕਿਉਂਕਿ ਹੋ ਸਕਦਾ ਹੈ ਕਿ ਉਹ ਕਿਸੇ ਕੰਜੂਸ ਦਾ ਭਾਂਡਾ ਹੀ ਲੱਗੇ। ਤੇ ਜੇ ਅਸੀਂ ਮੰਗਤੇ ਨੂੰ ਉਸ ਚਿੱਤਰ ਵਿੱਚ ਲੈ ਆਈਏ ਤਾਂ ਉਹ ਮੰਗਤੇ ਦਾ ਚਿੱਤਰ ਬਣ ਜਾਏਗਾ, ਭਾਂਡੇ ਦਾ ਨਹੀਂ। ਇਸ ਸਮੇਂ ਵਿਅੰਗ ਸਾਡੀ ਸਹਾਇਤਾ ਕਰਦਾ ਹੈ। ਜੇ ਅਸੀਂ ਲਾਗੇ ਹੀ ਕੁਝ ਵਿੱਥ ਤੇ ਮੰਗਤੇ ਦੇ ਵਰਤਣ ਲਈ ਹੋਰ ਚੀਜ਼ਾਂ, ਫਟੀ ਪੁਰਾਣੀ ਫੂੜੀ, ਫਟੇ ਹੋਏ ਕੱਪੜੇ ਤੇ ਕੁਝ ਤਾਂਬੇ ਦੇ ਪੈਸੇ ਰੱਖ ਦਈਏ ਤਾਂ ਫਿਰ ਉਸ ਭਾਂਡੇ ਨੂੰ ਕਿਸੇ ਅਮੀਰ ਆਦਮੀ ਦੇ ਘਰ ਦੇ ਥੜੇ ਤੇ ਪਿਆ ਵਿਖਾ ਦਈਏ ਤਾਂ ਉਹ ਜ਼ਰੂਰ ਮੰਗਤੇ ਦਾ ਭਾਂਡਾ ਲੱਗੇਗਾ। ਇਸੇ ਤਰ੍ਹਾਂ ਜੇ ਅਸੀਂ ਕਿਸੇ ਯੋਧੇ ਦਾ ਚਿੱਤਰ ਖਿੱਚਣਾ ਹੋਵੇ ਤਾਂ ਉਹਨੂੰ ਹਥਿਆਰਾਂ ਨਾਲ ਲੈਸ ਕਰਕੇ ਅਸੀਂ ਆਪਣੇ ਭਾਵ ਨੂੰ ਪ੍ਰਗਟ ਕਰ ਸਕਦੇ ਹਾਂ। ਇੱਕ ਵਾਰੀ ਕਿਸੇ ਕਲਾਕਾਰ ਨੇ ਸ਼੍ਰੀ ਕ੍ਰਿਸ਼ਨ ਜੀ ਦਾ ਚਿੱਤਰ ਖਿੱਚਿਆ। ਇੱਕ ਦਰਸ਼ਕ ਨੂੰ ਵੇਖ ਕੇ ਕਹਿਣ ਲੱਗਾ, ਸ਼੍ਰੀ ਕ੍ਰਿਸ਼ਨ ਜੀ ਕੋਈ ਇਹੋ ਜਿਹੀ ਸ਼ਕਲ ਸੀ? ਚਿੱਤਰਕਾਰ ਨੇ ਉਸ ਤੋਂ ਪੁੱਛਿਆ, ਤੁਹਾਡੇ ਵਿਚਾਰ ਵਿੱਚ ਉਹਨਾਂ ਦੀ ਸ਼ਕਲ ਕਿਹੋ ਜਿਹੀ ਸੀ? ਉਹ ਦਰਸ਼ਕ ਵਿਚਾਰਾਂ ਵਿੱਚ ਪੈ ਗਿਆ ਤੇ ਕਹਿਣ ਲੱਗਾ, ਪਤਾ ਨਹੀਂ। ਕਲਾਕਾਰ ਨੇ ਉਸਨੂੰ ਸਮਝਾਇਆ, ਅਸਲ ਵਿੱਚ ਨਾ ਹੀ ਮੈਂ ਤੇ ਨਾ ਹੀ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਨੂੰ ਵੇਖਿਆ ਹੈ, ਪਰ ਅਸੀਂ ਉਹਨਾਂ ਦਾ ਜਾਂ ਕਿਸੇ ਹੋਰ ਮਹਾਨ ਹਸਤੀ ਦਾ ਚਿੱਤਰ ਵਿਅੰਗ ਦੀ ਸਹਾਇਤਾ ਨਾਲ ਬਣਾ ਸਕਦੇ ਹਾਂ। ਉਹਨਾਂ ਦੀ ਬਾਣੀ ਅਤੇ ਜੀਵਨ ਕਥਾ ਪੜ੍ਹ ਕੇ ਅਸੀਂ ਉਹਨਾਂ ਦੀ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਇੱਕ ਤਸਵੀਰ ਲਿਆ ਸਕਦੇ ਹਾਂ ਜੋ ਗੁਣ ਪ੍ਰਗਟ ਕਰਦੀ ਹੋਵੇ ਜੋ ਉਹਨਾਂ ਵਿੱਚ ਸਨ। ਜੇ ਸ਼੍ਰੀ ਕ੍ਰਿਸ਼ਨ ਦਾ ਚਿੱਤਰ ਬਣਾਉਣਾ ਹੋਵੇ ਤਾਂ ਉਹਨਾਂ ਦਾ ਸਾਂਵਲਾ ਰੰਗ ਦਰਸਾ ਕੇ, ਹੱਥਾਂ ਵਿੱਚ ਬੰਸਰੀ ਫੜਾ ਕੇ, ਸਿਰ ਤੇ ਮੋਰ ਪੰਖ ਲਾ ਕੇ ਉਹਨਾਂ ਦਾ ਪ੍ਰਭਾਵ ਪਾ ਸਕਦੇ ਹਾਂ। ਜਿੰਨਾ ਉੱਚ ਪੱਧਰ ਦਾ ਕੋਈ ਚਿੱਤਰਕਾਰ ਹੁੰਦਾ ਹੈ ਉਹ ਆਪਣੀਆਂ ਰਚਨਾਵਾਂ ਵਿੱਚ ਉਤਨਾ ਹੀ ਜ਼ਿਆਦਾ ਵਿਅੰਗ ਦੀ ਵਰਤੋਂ ਕਰਦਾ ਹੈ, ਭਾਵ ਬਾਹਰਲੇ ਆਕਾਰ ਨੂੰ ਸਪਸ਼ਟ ਕਰਦਾ ਹੈ, ਪਰ ਵਿਅੰਗ ਅੰਦਰ ਲੁਕੀ ਨਿਰਾਕਾਰ ਆਤਮਾ ਨੂੰ ਰੂਪ ਦਿੰਦਾ ਹੈ। ਚਿੱਤਰਕਲਾ ਵਿੱਚ ਪ੍ਰਮਾਣ ਦੀ ਮਹੱਤਤਾ। ਹਰ ਇੱਕ ਵਸਤ ਦੀ ਲੰਬਾਈ, ਚੌੜਾਈ ਤੇ ਮੋਟਾਈ ਅਲੱਗ-ਅਲੱਗ ਹੁੰਦੀ ਹੈ, ਪਰ ਉਹ ਫਾਸਲੇ ਅਨੁਸਾਰ ਘੱਟ ਜਾਂ ਵੱਧ ਨਜ਼ਰ ਆਉਂਦੀ ਹੈ। ਕੋਈ ਚੀਜ਼ ਵੇਖਣ ਵਾਲੇ ਤੋਂ ਜਿੰਨੀ ਦੂਰ ਹੋਏਗੀ ਉਤਨੀ ਹੀ ਉਹਦੀ ਲੰਬਾਈ, ਚੌੜਾਈ ਤੇ ਮੋਟਾਈ ਘੱਟ ਦਿਸੇਗੀ। ਇੱਕ ਗੱਲ ਇੱਕ ਖਾਸ ਅਸੂਲ ਤੇ ਨਿਰਭਰ ਹੈ ਜਿਸ ਨੂੰ ਪ੍ਰਮਾਣ ਕਹਿੰਦੇ ਹਨ। ਪ੍ਰਮਾਣ ਦੇ ਦੋ ਵੱਡੇ ਅੰਗ ਹਨ, ਦ੍ਰਿਸ਼ਟੀ ਪ੍ਰਭਾਵ ਅਤੇ ਅੰਗ ਅਨੁਪਾਤ। ਇੱਕ ਚਿੱਤਰਕਾਰ ਨੂੰ ਪ੍ਰਮਾਣ ਦੇ ਅਸੂਲਾਂ ਦੀ ਪੂਰੀ ਸੋਝੀ ਹੋਣੀ ਚਾਹੀਦੀ ਹੈ। ਮਿਸਾਲ ਦੇ ਤੌਰ ਤੇ ਸਮੁੰਦਰ ਸਾਨੂੰ ਪਾਣੀ ਦਾ ਇੱਕ ਅਥਾਹ ਅਤੇ ਅਨੰਤ ਇਕੱਠ ਜਾਪਦਾ ਹੈ, ਪਰ ਉਸ ਅਨੰਤਤਾ ਨੂੰ ਇੱਕ ਨਿੱਕੇ ਜਿਹੇ ਚਿੱਟੇ ਕਾਗਜ਼ ਤੇ ਚਿੱਤਰਨ ਲੱਗਿਆਂ ਕਈ ਔਕੜਾਂ ਸਾਹਮਣੇ ਆ ਜਾਂਦੀਆਂ ਹਨ। ਜੋ ਸਾਰੇ ਕਾਗਜ਼ ਤੇ ਨੀਲੇ ਰੰਗ ਦਾ ਪੋਚਾ ਫੇਰ ਦੇਵੇ ਤਾਂ ਉਹ ਕਿਸੇ ਨੂੰ ਵੀ ਇਹ ਯਕੀਨ ਨਹੀਂ ਦਿਵਾ ਸਕੇਗਾ ਕਿ ਉਹ ਸਮੁੰਦਰ ਦਾ ਚਿੱਤਰ ਹੈ। ਉਹ ਵੱਧ ਤੋਂ ਵੱਧ ਨੀਲੇ ਰੰਗ ਦੇ ਸ਼ੀਸ਼ੇ ਵਿੱਚ ਦੀ ਤਸਵੀਰ ਲੱਗ ਸਕਦੀ ਹੈ। ਇਸ ਔਕੜ ਨੂੰ ਹੱਲ ਕਰਨ ਲਈ ਚਿੱਤਰਕਾਰ ਨੂੰ ਪ੍ਰਮਾਣ ਦੇ ਅਸੂਲ ਸਹਾਇਤਾ ਦਿੰਦੇ ਹਨ। ਜੇ ਉਹ ਸਮੁੰਦਰ ਨੂੰ ਧਰਤੀ ਅਤੇ ਆਕਾਸ਼ ਦੇ ਵਿਚਕਾਰ ਸੀਮਤ ਕਰ ਦੇਵੇ ਅਤੇ ਧਰਤੀ ਦਾ ਰੰਗ ਰੇਤਲਾ ਤੇ ਆਕਾਸ਼ ਦਾ ਰੰਗ ਸਮੁੰਦਰ ਦੇ ਨੀਲੇ ਰੰਗ ਕੋਲੋਂ ਕੁਝ ਹਲਕਾ ਕਰ ਦੇਵੇ ਤਾਂ ਆਪਣੇ ਮੰਤਵ ਵਿੱਚ ਸਫਲ ਹੋ ਸਕਦਾ ਹੈ। ਇਸ ਪ੍ਰਭਾਵ ਨੂੰ ਹੋਰ ਜ਼ਿਆਦਾ ਡੂੰਘਾ ਕਰਨ ਲਈ ਉਹ ਪਾਣੀ ਵਿੱਚ ਛੱਲਾਂ ਤੇ ਛੱਲਾਂ ਵਿੱਚ ਇੱਕ ਕਿਸ਼ਤੀ ਬਣਾ ਕੇ ਪੂਰਾ ਕਰ ਸਕਦਾ ਹੈ। ਇਸੇ ਤਰ੍ਹਾਂ ਅੰਗ ਅਨੁਪਾਤ ਦਾ ਸਿਧਾਂਤ ਚਿੱਤਰਕਲਾ ਦਾ ਆਧਾਰ ਹੈ। ਤਾਜ ਮਹਲ ਦੇ ਉਸਾਰਨ ਵਾਲੇ ਦੀ ਮਿਥਨ ਸ਼ਕਤੀ ਨੇ ਤਾਜ ਮਹਲ ਨੂੰ ਪਵਨ ਕਲਾ ਦਾ ਇੱਕ ਅਦੁੱਤੀ ਨਮੂਨਾ ਬਣਾ ਦਿੱਤਾ ਹੈ। ਜਿਸ ਭਵਨ ਦੇ ਅੰਗ ਅਨੁਪਾਤ ਵਿੱਚ ਜ਼ਰਾ ਜਿੰਨੀ ਵੀ ਤਬਦੀਲੀ ਕੀਤੀ ਜਾਏ ਤਾਂ ਸ਼ਾਹਜਹਾਨ ਦੇ ਪਿਆਰ ਦਾ ਸੁਪਨਾ ਇੱਕ ਪਲ ਵਿੱਚ ਹੀ ਸਦਾ ਲਈ ਅਲੋਪ ਹੋ ਜਾਏਗਾ। ਔਰੰਗਾਬਾਦ ਵਿੱਚ ਔਰੰਗਜ਼ੇਬ ਨੇ ਤਾਜ ਮਹਲ ਦੀ ਨਕਲ ਕਰਦਿਆਂ ਇੱਕ ਮਕਬਰਾ ਬਣਾਇਆ ਹੈ, ਪਰ ਉਸ ਦੇ ਅੰਗ ਅਨੁਪਾਤ ਵਿੱਚ ਫਰਕ ਪੈ ਜਾਣ ਕਰਕੇ ਇਹ ਮਕਬਰਾ ਰੋਜ਼ਾ ਤਾਜ ਮਹਲ ਦਾ ਪਾਸਕੂ ਵੀ ਨਹੀਂ ਲੱਗਦਾ। ਦ੍ਰਿਸ਼ਟੀ ਪ੍ਰਭਾਵ। ਦ੍ਰਿਸ਼ਟੀ ਪ੍ਰਭਾਵ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਆਕਾਰਕ ਦ੍ਰਿਸ਼ਟੀ ਪ੍ਰਭਾਵ ਤੇ ਦੂਜਾ ਵਾਯੂਮੰਡਲ ਪ੍ਰਭਾਵ। ਆਕਾਰਕ ਦ੍ਰਿਸ਼ਟੀ ਪ੍ਰਭਾਵ ਦੇ ਅਸੂਲ ਅਨੁਸਾਰ ਜਿਵੇਂ ਜਿਵੇਂ ਕੋਈ ਚੀਜ਼ ਸਾਡੀ ਦ੍ਰਿਸ਼ਟੀ ਤੋਂ ਦੂਰ ਹੁੰਦੀ ਜਾਂਦੀ ਹੈ ਉਹ ਆਕਾਰ ਵਿੱਚ ਛੋਟੀ ਹੋਈ ਜਾਂਦੀ ਹੈ। ਆਕਾਰਕ ਦ੍ਰਿਸ਼ਟੀ ਪ੍ਰਭਾਵ ਦੁਆਰਾ ਅਸੀਂ ਲੰਬਾਈ ਅਤੇ ਚੌੜਾਈ ਦੋ ਤਲ ਵਾਲੇ ਕਾਗਜ਼ ਤੇ
ਕਿਸੇ ਵਸਤੂ ਦੇ 3 ਤਲ ਲੰਬਾਈ, ਚੌੜਾਈ ਤੇ ਮੋਟਾਈ ਦਰਸਾ ਸਕਦੇ ਹਾਂ। ਸੂਰਜ ਚੰਦਰਮਾ ਕੋਲੋਂ ਕਈ ਲੱਖ ਗੁਣਾ ਵੱਡਾ ਹੈ, ਪਰ ਆਕਾਰ ਵਿੱਚ ਸਾਨੂੰ ਉਹ ਦੋਵੇਂ ਇੱਕੋ ਜਿਤਨੇ ਲੱਗਦੇ ਹਨ, ਕਿਉਂਕਿ ਚੰਦਰਮਾ ਸਾਡੇ ਨੇੜੇ ਹੈ ਤੇ ਸੂਰਜ ਦੂਰ ਹੈ। ਕਿਸੇ ਚੀਜ਼ ਦੇ ਫਾਸਲੇ ਅਨੁਸਾਰ ਛੋਟੇ ਹੁੰਦੇ ਜਾਣਾ ਇੱਕ ਖਾਸ ਅਸੂਲ ਤੇ ਨਿਰਭਰ ਹੈ। ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਵੱਲ ਸੀਧ ਵਿੱਚ ਖੱਬਿਓਂ ਸੱਜੇ ਵੱਲ ਫੇਰੀਏ ਤਾਂ ਸਾਡੀਆਂ ਅੱਖਾਂ ਸਾਹਮਣੇ ਖਤਿਜ ਦਿਸ਼ਾ ਵਿੱਚ ਇੱਕ ਸਿੱਧੀ ਰੇਖਾ ਬਣ ਜਾਂਦੀ ਹੈ। ਇਸ ਰੇਖਾ ਨੂੰ ਅਸੀਂ ਦ੍ਰਿਸ਼ਟੀ ਤਲ ਕਹਿੰਦੇ ਹਾਂ। ਉਸ ਰੇਖਾ 'ਤੇ ਸਾਡੀਆਂ ਅੱਖਾਂ ਦੇ ਐਨ ਸਾਹਮਣੇ ਇੱਕ ਬਿੰਦੂ ਹੁੰਦਾ ਹੈ, ਜਿਸ ਨੂੰ ਆਲੋਪ ਬਿੰਦੂ ਕਹਿੰਦੇ ਹਨ। ਜੇ ਅਸੀਂ ਰੇਲ ਦੀ ਪਟੜੀ 'ਤੇ ਖੜ੍ਹੇ ਹੋ ਕੇ ਦੂਰ ਸਾਹਮਣੇ ਵੱਲ ਦੇਖੀਏ ਤਾਂ ਰੇਲ ਦੀਆਂ 2 ਲਾਈਨਾਂ ਉਸਦੇ ਆਸ-ਪਾਸ ਲੱਗੇ ਰੁੱਖ ਜਾਂ ਟੈਲੀਫੋਨ ਦੇ ਖੰਭੇ ਆਕਾਰ ਵਿੱਚ ਛੋਟੇ-ਛੋਟੇ ਹੁੰਦੇ ਹੋਏ ਹੌਲੀ-ਹੌਲੀ ਆਲੋਪ ਬਿੰਦੂ 'ਤੇ ਮਿਲਦੇ ਦਿਸਣਗੇ। ਵਾਯੂਮੰਡਲ ਪ੍ਰਭਾਵ। ਜਿਵੇਂ ਜਿਵੇਂ ਕੋਈ ਰੰਗਦਾਰ ਵਸਤ ਸਾਡੀਆਂ ਅੱਖਾਂ ਤੋਂ ਦੂਰ ਹੋਈ ਜਾਂਦੀ ਹੈ, ਉਹਦਾ ਰੰਗ ਹਲਕਾ ਪਈ ਜਾਂਦਾ ਹੈ ਤੇ ਵਾਯੂਮੰਡਲ ਦੇ ਅਸਰ ਕਾਰਨ ਉਸਦੇ ਆਪਣੇ ਰੰਗ ਵਿੱਚ ਹਲਕੀ ਜਿਹੀ ਨਿਲਾਣ ਵੱਧਦੀ ਜਾਂਦੀ ਹੈ। ਪਹਾੜ ਨੇੜਿਓਂ ਹਰੇ ਭਰੇ ਨਸਵਾਰੀ ਜਾਂ ਮਿੱਟੀ ਰੰਗ ਦੇ ਹੁੰਦੇ ਹਨ, ਪਰ ਦੂਰੋਂ ਵੇਖਣ ਨਾਲ ਉਹ ਨੀਲੇ ਰੰਗ ਦੇ ਦਿਸਣ ਲੱਗ ਪੈਂਦੇ ਹਨ। ਰੇਖਾ। ਕੁਦਰਤ ਦੀ ਰਚਨਾ ਵਿੱਚ ਰੇਖਾ ਦਾ ਕੋਈ ਸਥਾਨ ਨਹੀਂ। ਕੁਦਰਤ ਦੀ ਹਰ ਇੱਕ ਚੀਜ਼ ਵਿੱਚ ਗੁਲਾਈ ਹੁੰਦੀ ਹੈ, ਪਰ ਚਿੱਤਰਕਾਰ ਨੂੰ ਹਰ ਵਸਤ ਰੇਖਾ ਦੁਆਰਾ ਉਲੀਕਣੀ ਪੈਂਦੀ ਹੈ। ਰੇਖਾ ਵਿੱਚ ਇੱਕ ਜਾਦੂ ਸ਼ਕਤੀ ਹੈ। ਇੱਕ ਚਿੱਤਰਕਾਰ ਲਈ ਜ਼ਰੂਰੀ ਹੈ ਕਿ ਉਹ ਰੇਖਾ ਦੀ ਸ਼ਕਤੀ ਨੂੰ ਸਮਝੇ। ਰੇਖਾ ਹਰ ਚੀਜ਼ ਨੂੰ ਖਾਸ ਚਰਿੱਤਰ ਦਿੰਦੀ ਹੈ। ਸਿੱਧੀਆਂ ਖੜੀਆਂ ਰੇਖਾਵਾਂ ਸਥਿਰਤਾ ਅਤੇ ਸ਼ਾਂਤੀ ਪ੍ਰਗਟਾਉਂਦੀਆਂ ਹਨ। ਸ਼ਾਂਤ ਖੜੇ ਘਾਹ ਨੂੰ ਚਿਤਰਨ ਲੱਗਿਆਂ ਅਸੀਂ ਨਿੱਕੀਆਂ ਨਿੱਕੀਆਂ ਸਿੱਧੀਆਂ ਖੜੀਆਂ ਰੇਖਾਵਾਂ ਉਲੀਕਦੇ ਹਾਂ। ਇਹਨਾਂ ਹੀ ਰੇਖਾਵਾਂ ਨੂੰ ਜੇ ਟੇਢਿਆਂ ਖਿੱਚਿਆ ਜਾਵੇ ਤਾਂ ਉਹ ਗਤੀ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਖੱਤੀਜ ਦਿਸ਼ਾ ਵਿੱਚ ਸਿੱਧੀਆਂ ਖਿੱਚੀਆਂ ਰੇਖਾਵਾਂ ਸ਼ਾਂਤ ਖੜਾ ਪਾਣੀ ਦਰਸਾਉਂਦੀਆਂ ਹਨ, ਪਰ ਜੇ ਰੇਖਾਵਾਂ ਵਿੰਗੀਆਂ ਟੇਢੀਆਂ ਖਿੱਚੀਆਂ ਜਾਣ ਤਾਂ ਹਿੱਲ ਰਿਹਾ ਪਾਣੀ ਦਰਸਾਉਂਦੀਆਂ ਹਨ। ਸਿੱਧੀਆਂ ਖੜੀਆਂ ਰੇਖਾਵਾਂ ਸ਼ਾਂਤੀ ਅਤੇ ਮੌਤ ਅਤੇ ਟੇਢੀਆਂ ਰੇਖਾਵਾਂ ਜੀਵਨ ਅਤੇ ਗਤੀ ਦੀ ਨਿਸ਼ਾਨੀ ਹੈ। ਮੋਟੀਆਂ ਰੇਖਾਵਾਂ ਠੋਸਤਾ ਦੱਸਦੀਆਂ ਹਨ, ਬਾਰੀਕ ਰੇਖਾਵਾਂ ਸੂਖਮਤਾ ਅਤੇ ਸੋਹਲਤਾ ਦਰਸਾਉਂਦੀਆਂ ਹਨ। ਜਦ ਸ਼ੁਰੂ ਵਿੱਚ ਕੋਈ ਚਿੱਤਰਕਾਰ ਹੱਥ ਵਿੱਚ ਪੈਨਸਿਲ ਫੜ ਕੇ ਕੋਰੇ ਕਾਗਜ਼ 'ਤੇ ਚਿੱਤਰ ਬਣਾਉਣ ਲੱਗਦਾ ਹੈ ਤਾਂ ਉਹਦਾ ਮਨ ਡਰਦਾ ਹੈ ਤੇ ਹੱਥ ਥਿੜਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਚਿੱਤਰਕਾਰ ਦੇ ਸਾਹਮਣੇ ਆ ਕੇ ਇਹ ਕਾਗਜ਼ ਨਿਰਾ ਕਾਗਜ਼ ਹੀ ਨਹੀਂ ਰਹਿੰਦਾ, ਬਲਕਿ ਇਹ ਉਸਦੀ ਆਤਮਾ ਦਾ ਸ਼ੀਸ਼ਾ ਬਣ ਜਾਂਦਾ ਹੈ, ਜਿਸ ਨੇ ਉਹਨੇ ਆਪਣੇ ਸਾਹਮਣੇ ਪਈ ਤਸਵੀਰ ਉਲੀਕਣੀ ਹੈ। ਇਹ ਡਰ ਕੇਵਲ ਅਭਿਆਸ ਰਾਹੀਂ ਹੀ ਹਟ ਸਕਦਾ ਹੈ। ਅਭਿਆਸ ਦੁਆਰਾ ਹੀ ਬਿਨਾਂ ਥਿੜਕਣ ਤੋਂ ਅੱਖ ਦੀ ਗੁਲਾਈ, ਗਰਦਨ ਦੀ ਲਚਕ ਤੇ ਮੁਸਕਰਾਉਂਦੇ ਹੋਏ ਬੁੱਲਾਂ ਦਾ ਜਾਦੂ ਚਿਤਰਿਆ ਜਾ ਸਕਦਾ ਹੈ। ਇੱਕ ਅਨਾੜੀ ਵੀ ਸਰੀਰਕ ਬਲ ਵਰਤ ਕੇ ਤਲਵਾਰ ਦੀ ਧਾਰ ਨਾਲ ਲੋਹੇ ਦੀ ਸੀਖ ਜਾਂ ਹਾਥੀ ਦੀ ਸੁੰਡ ਕੱਟ ਸਕਦਾ ਹੈ, ਪਰ ਤਲਵਾਰ ਦਾ ਧਨੀ ਹੀ ਹਵਾ ਵਿੱਚ ਉੱਡ ਰਹੇ ਧਾਗੇ ਨੂੰ ਤਲਵਾਰ ਨਾਲ ਕੱਟ ਸਕਦਾ ਹੈ। ਇਸੇ ਤਰ੍ਹਾਂ ਇੱਕ ਉੱਚ ਦਰਜੇ ਦਾ ਚਿੱਤਰਕਾਰ ਹੀ ਰੇਖਾ ਸ਼ਕਤੀ ਦੁਆਰਾ ਚਿੱਤਰ ਵਿੱਚ ਆਤਮਕ ਪ੍ਰਕਾਸ਼ ਪਾ ਸਕਦਾ ਹੈ। ਇੱਕ ਮਨੁੱਖ ਦੇ ਚਿਹਰੇ ਦਾ ਆਕਾਰ ਖਿੱਚਣ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਦਬਾਅ ਪਾਉਣਾ ਪੈਂਦਾ ਹੈ। ਮੱਥਾ ਕਿਉਂਕਿ ਸਖਤ ਅਤੇ ਠੋਸ ਹੁੰਦਾ ਹੈ, ਇਸ ਲਈ ਮੱਥਾ ਚਿੱਤਰਨ ਸਮੇਂ ਰੇਖਾ ਠੋਸ ਅਤੇ ਮਜ਼ਬੂਤ ਹੋਣੀ ਚਾਹੀਦੀ ਹੈ। ਧੌਣ ਕਿਉਂਕਿ ਲਚਕਦਾਰ ਹੁੰਦੀ ਹੈ, ਇਸ ਲਈ ਇਸ ਨੂੰ ਚਿੱਤਰਨ ਵਾਲੀ ਰੇਖਾ ਵਿੱਚ ਲਚਕ ਹੋਣੀ ਜ਼ਰੂਰੀ ਹੈ, ਪਰ ਠੋਡੀ ਵਿੱਚ ਠੋਸਤਾ ਅਤੇ ਲਚਕ ਦੋਵੇਂ ਹਨ, ਇਸ ਲਈ ਇਸ ਨੂੰ ਉਲੀਕਣ ਵਾਲੀ ਰੇਖਾ ਨਾ ਤਾਂ ਬਹੁਤ ਬਰੀਕ ਤੇ ਨਾ ਹੀ ਮੋਟੀ ਹੋਣੀ ਚਾਹੀਦੀ ਹੈ। ਰੰਗ ਵਰਤਣ ਸਮੇਂ ਚਿੱਤਰਕਾਰ ਨੂੰ ਇਹ ਵੇਖਣਾ ਪੈਂਦਾ ਹੈ ਕਿ ਕਿਹੜਾ ਰੰਗ ਉਸਦੇ ਮਨ ਦੇ ਭਾਵ ਨੂੰ ਜ਼ਿਆਦਾ ਉਗੇੜ ਸਕਦਾ ਹੈ ਤੇ ਕਿਹੜਾ ਘੱਟ। ਕਿਹੜਾ ਰੰਗ ਖੁਸ਼ੀ ਪ੍ਰਗਟ ਕਰਦਾ ਹੈ ਤੇ ਕਿਹੜਾ ਉਦਾਸੀ ਦਾ ਵਾਤਾਵਰਣ ਸਾਹਮਣੇ ਲਿਆਉਂਦਾ ਹੈ। ਬੁਨਿਆਦੀ ਰੰਗ 3 ਹਨ, ਨੀਲਾ, ਲਾਲ ਤੇ ਪੀਲਾ। ਬਾਕੀ ਸਭ ਰੰਗ ਇਹਨਾਂ ਤਿੰਨਾਂ ਦੇ ਮੇਲ ਤੋਂ ਉਤਪੰਨ ਹੁੰਦੇ ਹਨ। ਲਾਲ ਤੇ ਪੀਲਾ ਮਿਲ ਕੇ ਕੇਸਰੀ ਰੰਗ ਬਣਾਉਂਦੇ ਹਨ। ਪੀਲਾ ਤੇ ਨੀਲਾ ਮਿਲ ਕੇ ਹਰਾ ਰੰਗ ਬਣਾਉਂਦੇ ਹਨ। ਨੀਲਾ ਤੇ ਲਾਲ ਰੰਗ ਮਿਲ ਕੇ ਕਾਸ਼ਨੀ ਰੰਗ ਬਣਾਉਂਦੇ ਹਨ। ਸਹਾਇਕ ਰੰਗ ਉਹ ਰੰਗ ਜਿਨ੍ਹਾਂ ਦੇ ਇੱਕ ਦੂਜੇ ਦੇ ਲਾਗੇ ਹੋਣ ਨਾਲ ਮਨ 'ਤੇ ਆਨੰਦਦਾਇਕ ਪ੍ਰਭਾਵ ਪੈਂਦਾ ਹੈ, ਉਹਨਾਂ ਨੂੰ ਸਹਾਇਕ ਰੰਗ ਕਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਇੱਕ ਚਿੱਟੇ ਕਾਗਜ਼ 'ਤੇ ਪੈਨਸਲ ਨਾਲ ਇੱਕ ਦਾਇਰਾ ਖਿੱਚੋ, ਉਸ ਵਿੱਚ ਕੇਸਰੀ ਰੰਗ ਭਰ ਦਿਓ। ਤੁਸੀਂ ਉਸ ਰੰਗ ਨੂੰ 1 ਮਿੰਟ ਟਿਕਟਿਕੀ ਲਗਾ ਕੇ ਵੇਖੀ ਜਾਓ ਤੇ ਫਿਰ ਉਸ ਉੱਪਰ ਇੱਕ ਸਫੇਦ ਕਾਗਜ਼ ਦਾ ਟੁਕੜਾ ਰੱਖ ਦਿਓ। ਉਸ ਸਫੇਦ ਕਾਗਜ਼ ਦੇ ਟੁਕੜੇ 'ਤੇ ਤੁਹਾਨੂੰ ਇੱਕ ਹਰੀ ਜਿਹੀ ਪਾ ਮਾਰਦਾ ਅਸਮਾਨੀ ਰੰਗ ਦਾ ਦਾਇਰਾ ਦਿਸੇਗਾ। ਇਹ ਹਲਕੀ ਜਿਹੀ ਹਰੀ ਪਾ ਮਾਰਦਾ ਆਕਾਸ਼ੀ ਰੰਗ ਕੇਸਰੀ ਰੰਗ ਦਾ ਸਹਾਇਕ ਰੰਗ ਹੈ। ਇਸੇ ਤਰ੍ਹਾਂ ਕਾਸ਼ਨੀ ਰੰਗ ਦਾ ਸਹਾਇਕ ਰੰਗ ਹਰੀ ਪਾ ਮਾਰਦਾ ਪੀਲਾ ਰੰਗ ਹੈ। ਚਿੱਤਰਕਲਾ ਵਿੱਚ ਰੰਗ ਵੱਖ-ਵੱਖ ਭਾਵਾਂ ਨੂੰ ਪ੍ਰਗਟ ਕਰਦੇ ਹਨ। ਲਾਲ ਰੰਗ ਅੱਗ ਦਾ ਰੰਗ ਹੈ, ਇਹ ਸਰੀਰਕ ਸ਼ਕਤੀ ਪ੍ਰਗਟ ਕਰਦਾ ਹੈ। ਪੀਲਾ ਰੰਗ ਪ੍ਰਕਾਸ਼ ਦਾ ਰੰਗ ਹੈ, ਇਹ ਆਤਮਕ ਸ਼ਕਤੀ ਪ੍ਰਗਟ ਕਰਦਾ ਹੈ। ਸੁਨਹਿਰੀ ਰੰਗ ਜੋ ਪੀਲੇ ਅਤੇ ਲਾਲ ਰੰਗ ਦੇ ਮੇਲ ਤੋਂ ਬਣਦਾ ਹੈ, ਦੋਵੇਂ ਬੁਨਿਆਦੀ ਰੰਗਾਂ ਲਾਲ ਅਤੇ ਪੀਲੇ ਦੇ ਮਿਲਵੇਂ ਗੁਣ ਰੱਖਦਾ ਹੈ। ਨਿੱਘ ਅਤੇ ਪ੍ਰਕਾਸ਼
ਜੋ ਰਿਸ਼ੀਆਂ ਮੁਨੀਆਂ ਦੇ ਮਹਾਨ ਚਿੰਨ੍ਹ ਹਨ। ਦੁਨੀਆ ਦੀਆਂ ਦੋ ਮਹਾਨ ਸ਼ਕਤੀਆਂ ਸੂਰਜ ਅਤੇ ਸੋਨੇ ਦਾ ਰੰਗ ਵੀ ਇਹ ਹੀ ਹੈ। ਤੀਜਾ ਬੁਨਿਆਦੀ ਰੰਗ ਨੀਲਾ ਹੈ। ਇਹ ਸ਼ਾਂਤੀ, ਅਨੰਤਤਾ, ਵਿਕਾਸ ਅਤੇ ਏਕਤਾ ਦਾ ਰੰਗ ਹੈ। ਹਰਾ ਰੰਗ ਜੋ ਨੀਲੇ ਅਤੇ ਪੀਲੇ ਰੰਗਾਂ ਨੂੰ ਮਿਲਾ ਕੇ ਬਣਦਾ ਹੈ, ਬਨਸਪਤੀ ਅਤੇ ਉਤਪਤੀ ਦਾ ਰੰਗ ਹੈ। ਕਾਸ਼ਨੀ ਰੰਗ ਜੋ ਲਾਲ ਅਤੇ ਨੀਲੇ ਰੰਗ ਦੇ ਸੁਮੇਲ ਨਾਲ ਬਣਦਾ ਹੈ, ਕਲਾ ਵਿੱਚ ਸਭ ਤੋਂ ਨਵੀਨ ਰੰਗ ਹੈ। ਇਹ ਆਤਮਕ ਅਤੇ ਸਰੀਰਕ ਸ਼ਕਤੀਆਂ ਦੇ ਆਪਸੀ ਟਾਕਰੇ ਨੂੰ ਤੇ ਇਸ ਤੋਂ ਉਤਪੰਨ ਹੋਏ ਪਰਿਵਰਤਨ ਨੂੰ ਦਰਸਾਉਂਦਾ ਹੈ। ਕਿਸੇ ਵਸਤ ਦੇ ਅਸਲੀ ਰੰਗ ਦੀ ਪਛਾਣ ਸਾਡਾ ਮਨ ਹੀ ਕਰ ਸਕਦਾ ਹੈ, ਕਿਉਂਕਿ ਮਨ ਹਰ ਚੀਜ਼ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਸਾਡੀ ਅੱਖ ਸਾਨੂੰ ਕੇਵਲ ਇਹੀ ਦੱਸੇਗੀ ਕਿ ਵਸਤ ਨੀਲੀ, ਪੀਲੀ, ਲਾਲ ਜਾਂ ਹਰੀ ਹੈ, ਪਰ ਮਨ ਉਸ ਰੰਗ ਦੀ ਸੁਗੰਧ, ਉਸ ਦੀ ਲੈਅ ਤੇ ਉਸ ਤੋਂ ਉਤਪੰਨ ਹੋਈ ਮਸਤੀ ਨੂੰ ਦਰਸਾਉਂਦਾ ਹੈ। ਰੰਗ ਰੌਸ਼ਨੀ ਦੇ ਘਟਣ ਵਧਣ ਨਾਲ ਤੇ ਵੇਖਣ ਵਾਲੇ ਦੇ ਮਨ ਦੀ ਅਵਸਥਾ ਅਨੁਸਾਰ ਬਦਲਦੇ ਰਹਿੰਦੇ ਹਨ। ਜੇ ਕੋਈ ਚਿੱਤਰਕਾਰ ਸਾਵਣ ਦੀਆਂ ਕਾਲੀਆਂ ਘਟਾਵਾਂ ਦਾ ਚਿੱਤਰ ਬਣਾ ਰਿਹਾ ਹੋਵੇ ਤਾਂ ਉਹ ਸਿਰਫ ਮੀਂਹ ਨਾਲ ਲੱਦੇ ਬੱਦਲਾਂ ਦੀ ਗੋਲਾਈ, ਝੁਕੇ ਹੋਏ ਰੁੱਖ ਅਤੇ ਟਾਹਣੀਆਂ ਦਰਸਾ ਕੇ ਮੌਸਮ ਦੀ ਅਸਲੀ ਸੁੰਦਰਤਾ ਦਾ ਸਾਡੇ ਸਾਹਮਣੇ ਠੀਕ ਨਕਸ਼ਾ ਨਹੀਂ ਖਿੱਚ ਸਕਦਾ, ਤੇ ਨਾ ਹੀ ਅਸੀਂ ਉਸ ਨੂੰ ਬੱਦਲਾਂ ਦੀ ਮਸਤੀ ਜਾਂ ਭਿਆਨਕ ਗਰਜ ਅਨੁਭਵ ਕਰ ਸਕਦੇ ਹਾਂ, ਜਿੰਨੀ ਦੇਰ ਤੱਕ ਉਹ ਚਿੱਤਰ ਵਿੱਚ ਅਨੁਕੂਲ ਰੰਗ ਨਹੀਂ ਭਰਦਾ। ਰੰਗਾਂ ਦੀ ਪਛਾਣ ਸਹਿਲ ਗੱਲ ਨਹੀਂ। ਅਣਸਿੱਖੀ ਅੱਖ ਨੂੰ ਹਰੇ ਖੇਤ ਦਾ ਰੰਗ ਕੇਵਲ ਹਰਾ ਤੇ ਪੱਕੀ ਹੋਈ ਫਸਲ ਦਾ ਰੰਗ ਕੇਵਲ ਸੁਨਹਿਰੀ ਹੀ ਦਿਸੇਗਾ। ਜੇ ਬੱਚੇ ਨੂੰ ਕਿਹਾ ਜਾਏ ਕਿ ਹਰੀ ਪੈਲੀ ਜਾਂ ਪੱਕੀ ਹੋਈ ਫਸਲ ਨੂੰ ਰੰਗਾਂ ਵਿੱਚ ਬਣਾਵੇ ਤਾਂ ਸੁਭਾਵਕ ਹੀ ਨਿਰਾ ਹਰਾ ਜਾਂ ਸੁਨਹਿਰੀ ਰੰਗ ਭਰ ਦੇਵੇਗਾ। ਪਰ ਜੇ ਅਸੀਂ ਗੌਰ ਨਾਲ ਵੇਖੀਏ ਤਾਂ ਹਰੀ ਪੈਲੀ ਵਿੱਚ ਸਾਨੂੰ ਹਰੇ ਰੰਗ ਤੋਂ ਇਲਾਵਾ ਕਿਤੇ ਪੀਲਾ, ਕਿਤੇ ਨੀਲਾ, ਕਿਤੇ ਕਾਸ਼ਨੀ ਰੰਗ ਵੀ ਦਿਸੇਗਾ। ਇਸੇ ਤਰ੍ਹਾਂ ਕਾਗਜ਼ 'ਤੇ ਕੇਵਲ ਨੀਲਾ ਰੰਗ ਫੇਰ ਕੇ ਹੀ ਅਸੀਂ ਪਾਣੀ ਦਾ ਪ੍ਰਭਾਵ ਨਹੀਂ ਪਾ ਸਕਦੇ। ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਜੇ ਉਹ ਹਰਿਆਵਲ ਵਿੱਚੋਂ ਲੰਘੇ ਤਾਂ ਹਰੀ ਭਾਅ ਮਾਰਦਾ ਹੈ, ਜੇ ਉਸ 'ਤੇ ਨੀਲੇ ਆਕਾਸ਼ ਦਾ ਅਕਸ ਪਵੇ ਤਾਂ ਉਹ ਨੀਲਾ ਲੱਗਦਾ ਹੈ, ਤੇ ਲਹਿੰਦੇ ਤੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਇਸ ਨੂੰ ਸੁਨਹਿਰੀ ਜਾਂ ਲਾਲ ਰੰਗ ਦਿੰਦੀਆਂ ਹਨ। ਇਸੇ ਤਰ੍ਹਾਂ ਜੇ ਅਸੀਂ ਕਿਸੇ ਦੇ ਚਿਹਰੇ ਵੱਲ ਧਿਆਨ ਨਾਲ ਵੇਖੀਏ ਤਾਂ ਕਿਤੋਂ ਹਲਕੀ ਜਿਹੀ ਹਰੀ, ਕਿਤੇ ਕਾਸ਼ਨੀ ਤੇ ਕਿਤੇ ਗੁਲਾਬੀ ਭਾਅ ਮਾਰਦਾ ਲੱਗੇਗਾ। ਚਿਹਰੇ ਦੇ ਵਾਯੂਮੰਡਲ ਦੇ ਨਿਤ ਨਵੇਂ ਬਦਲਦੇ ਰੰਗ ਹਰ ਘੜੀ ਵੱਖਰਾ ਪ੍ਰਭਾਵ ਪਾਉਂਦੇ ਹਨ। ਚਿੱਤਰ ਬਣਾਉਣ ਲੱਗਿਆਂ ਸਾਨੂੰ ਇਹਨਾਂ ਸਾਰੇ ਰੰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਡਰਾਇੰਗ ਤੇ ਸਾਡੀ ਰੋਜ਼ਾਨਾ ਜ਼ਿੰਦਗੀ। ਡਰਾਇੰਗ ਚਿੱਤਰਕਾਰੀ ਦੀ ਨੀਂਹ ਹੈ। ਚਿੱਤਰਕਾਰ ਨੂੰ ਡਰਾਇੰਗ ਵਿੱਚ ਵੱਧ ਤੋਂ ਵੱਧ ਨਿਪੁੰਨਤਾ ਹਾਸਲ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਨਿਪੁੰਨਤਾ ਨਾ ਹੋਣੀ ਇੱਕ ਚਿੱਤਰਕਾਰ ਦੀ ਵੱਡੀ ਕਮਜ਼ੋਰੀ ਹੈ, ਤੇ ਇਸ ਵਿੱਚ ਨਿਪੁੰਨਤਾ ਹੋਣੀ ਉਸ ਦੀ ਵੱਡੀ ਕਾਰੀਗਰੀ। ਡਰਾਇੰਗ ਨਾਲ ਹੀ ਚਿੱਤਰਕਾਰ ਨੂੰ ਹਰ ਚੀਜ਼ ਦੀ ਬਣਾਵਟ, ਉਸ ਦਾ ਆਸ-ਪਾਸ ਦੀਆਂ ਚੀਜ਼ਾਂ ਨਾਲ ਸੰਬੰਧ, ਉਸ ਚੀਜ਼ ਦੇ ਆਕਾਰ, ਅੰਗ ਅਨੁਪਾਤ, ਦ੍ਰਿਸ਼ਟੀ ਪ੍ਰਭਾਵ ਆਦਿ ਹੌਲੀ-ਹੌਲੀ ਸੁਭਾਵਕ ਤੌਰ 'ਤੇ ਸੋਝੀ ਹੋਈ ਜਾਂਦੀ ਹੈ। ਇਸ ਲਈ ਚਿੱਤਰਕਾਰ ਨੂੰ ਡਰਾਇੰਗ ਦਾ ਸਭ ਤੋਂ ਵੱਧ ਅਭਿਆਸ ਕਰਨਾ ਚਾਹੀਦਾ ਹੈ। ਡਰਾਇੰਗ ਕਰਨ ਲੱਗਿਆਂ ਕਿਸੇ ਦੂਜੇ ਦੀ ਬਣੀ ਹੋਈ ਡਰਾਇੰਗ ਦੀ ਬਿਲਕੁਲ ਨਕਲ ਨਹੀਂ ਕਰਨੀ ਚਾਹੀਦੀ, ਬਲਕਿ ਅਸਲੀ ਚੀਜ਼ ਨੂੰ ਸਾਹਮਣੇ ਰੱਖ ਕੇ ਡਰਾਇੰਗ ਕਰਨੀ ਚਾਹੀਦੀ ਹੈ। ਇਸ ਨਾਲ ਹੌਲੀ-ਹੌਲੀ ਉਹਦੀ ਰੇਖਾ ਵਿੱਚ ਇਤਨੀ ਸ਼ਕਤੀ ਆ ਜਾਏਗੀ ਕਿ ਉਹ ਆਸਾਨੀ ਨਾਲ ਹਰ ਚੀਜ਼ ਨੂੰ ਬਿਨਾਂ ਵੇਖੇ ਹੀ ਚਿੱਤਰ ਸਕੇਗਾ। ਡਰਾਇੰਗ ਦਾ ਭਾਵ ਕਿਸੇ ਚੀਜ਼ ਦੀ ਹੂ-ਬਹੂ ਨਕਲ ਕਰਨਾ ਨਹੀਂ। ਡਰਾਇੰਗ ਵਿੱਚ ਵੱਡਾ ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਉਸ ਵਿੱਚ ਉਸ ਚੀਜ਼ ਦਾ ਠੀਕ ਚਰਿੱਤਰ ਆ ਜਾਏ। ਫੋਟੋਗ੍ਰਾਫੀ ਅਤੇ ਡਰਾਇੰਗ ਵਿੱਚ ਵੱਡਾ ਫਰਕ ਇਹ ਹੈ ਕਿ ਕੈਮਰਾ ਵਸਤ ਵਿਚਲੀਆਂ ਉਹਨਾਂ ਚੀਜ਼ਾਂ ਨੂੰ ਵੀ ਲੈ ਲੈਂਦਾ ਹੈ ਜਿਹੜੀਆਂ ਉਸ ਚੀਜ਼ ਵਿੱਚ ਹੋਣੀਆਂ ਜ਼ਰੂਰੀ ਨਾ ਜਾਂ ਉਸ ਚੀਜ਼ ਦਾ ਠੀਕ ਚਰਿੱਤਰ ਨਹੀਂ ਪ੍ਰਗਟ ਕਰਦੀਆਂ। ਉਸ ਚੀਜ਼ ਦਾ ਸੁਭਾਵਕ ਰੂਪ ਪ੍ਰਗਟ ਕਰਨ ਲਈ ਸਾਨੂੰ ਕਈ ਚੀਜ਼ਾਂ ਛੱਡਣੀਆਂ ਪੈਂਦੀਆਂ ਹਨ ਤੇ ਕਈ ਨਵੀਆਂ ਚੀਜ਼ਾਂ ਪਾਉਣੀਆਂ ਪੈਂਦੀਆਂ ਹਨ, ਪਰ ਕੈਮਰਾ ਆਪਣੀ ਇਸ ਮਨਮਰਜ਼ੀ ਕਰਨ ਤੋਂ ਅਸਮਰੱਥ ਹੁੰਦਾ ਹੈ। ਡਰਾਇੰਗ ਕਰਨ ਲੱਗਿਆਂ ਚਿੱਤਰਕਾਰ ਨੂੰ ਪੂਰੀ ਖੁੱਲ੍ਹ ਹੁੰਦੀ ਹੈ ਕਿ ਉਹ ਕਿਸੇ ਚੀਜ਼ ਦਾ ਠੀਕ ਚਰਿੱਤਰ ਪ੍ਰਗਟ ਕਰਨ ਲਈ ਉਸ ਵਿਚਲੀਆਂ ਜ਼ਰੂਰੀ ਚੀਜ਼ਾਂ ਨੂੰ ਲਵੇ ਅਤੇ ਨਾ ਜ਼ਰੂਰੀ ਚੀਜ਼ਾਂ ਨੂੰ ਵਿੱਚੋਂ ਛੱਡ ਦੇਵੇ। ਜੇ ਦੋ ਚਿੱਤਰਕਾਰ ਇੱਕੋ ਚੀਜ਼ ਨੂੰ ਸਾਹਮਣੇ ਰੱਖ ਕੇ ਚਿੱਤਰਨਾ ਚਾਹੁਣ, ਉਹਨਾਂ ਦੋਹਾਂ ਦੇ ਚਿੱਤਰ ਵਿੱਚ ਜ਼ਰੂਰ ਅੰਤਰ ਹੋਵੇਗਾ। ਉਹਨਾਂ ਦੋਹਾਂ ਦੇ ਚਿੱਤਰਾਂ ਵਿੱਚ ਇਹ ਅੰਤਰ ਉਹਨਾਂ ਦੀਆਂ ਵੱਖ-ਵੱਖ ਰੁਚੀਆਂ ਅਤੇ ਸੁਭਾਵਾਂ ਕਾਰਨ ਹੋਵੇਗਾ। ਇੱਕ ਚਿੱਤਰਕਾਰ ਆਪਣੇ ਵਿਸ਼ੇ ਦਾ ਸਮੁੱਚਾ ਪ੍ਰਭਾਵ ਦੱਸਣ ਲਈ ਉਹਦੀਆਂ ਮੋਟੀਆਂ-ਮੋਟੀਆਂ ਚੀਜ਼ਾਂ ਹੀ ਚਿੱਤਰੇਗਾ। ਦੂਜਾ ਮੀਨਵੇਖ ਕਰਨ ਵਾਲਾ ਉਸ ਦੀਆਂ ਬਰੀਕੀਆਂ ਵੱਲ ਜ਼ਿਆਦਾ ਧਿਆਨ ਦੇਵੇਗਾ, ਪਰ ਉਹਨਾਂ ਦੋਹਾਂ ਵਿੱਚ ਲੈਅ, ਸਜਾਵਟ ਅਤੇ ਸਮਤੁਲਤਾ ਜੋ ਸੁੰਦਰਤਾ ਦੇ ਮੁੱਖ ਗੁਣ ਹਨ ਜ਼ਰੂਰ ਹੋਣਗੇ। ਕਈ ਚਿੱਤਰਕਾਰ ਤਾਂ ਕੇਵਲ ਪੈਨਸਲ ਡਰਾਇੰਗ ਵਿੱਚ ਹੀ ਖੁਸ਼ੀ ਮਹਿਸੂਸ ਕਰਦੇ ਹਨ, ਕਿਉਂਕਿ ਜਿਸ ਚਿੱਤਰਕਾਰ ਦੀ ਰੇਖਾ ਵਿੱਚ ਜ਼ੋਰ ਹੋਵੇ ਤੇ ਰੇਖਾ ਦੀ ਚਰਿੱਤਰ ਦਰਸਾਉਣ ਦੀ ਸ਼ਕਤੀ ਨੂੰ ਸਮਝਦਾ ਹੋਵੇ, ਉਹ ਪੈਨਸਲ ਡਰਾਇੰਗ ਵਿੱਚ ਕਮਾਲ ਹਾਸਲ ਕਰ ਲੈਂਦਾ ਹੈ। ਡਰਾਇੰਗ ਦੁਆਰਾ ਮਨੁੱਖ ਦੀ ਕੋਕ ਸ਼ਕਤੀ ਵੱਧਦੀ ਹੈ। ਉਹਦੀ ਨਜ਼ਰ ਹਰ ਚੀਜ਼ ਦੀ ਡੂੰਘਾਈ ਤੱਕ ਜਾਂਦੀ ਹੈ। ਕਿਸੇ ਚੀਜ਼ ਦੀ ਬਾਰੀਕੀ ਨੂੰ ਵੇਖਣ ਨਾਲ ਮਨੁੱਖ ਦੀ ਉਸ ਚੀਜ਼ ਨਾਲ ਡੂੰਘੀ ਵਾਕਫੀਅਤ ਹੋ ਜਾਂਦੀ ਹੈ ਤੇ ਉਹਨੂੰ ਉਸਦੇ ਚਰਿੱਤਰ ਦੀ ਸਮਝ ਲੱਗ ਜਾਂਦੀ ਹੈ।
ਪਰ ਹਰ ਬਰੀਕੀ ਨੂੰ ਧਿਆਨ ਨਾਲ ਵੇਖਣ ਦਾ ਭਾਵ ਇਹ ਨਹੀਂ ਹੁੰਦਾ ਕਿ ਹਰ ਬਰੀਕੀ ਅਸੀਂ ਆਪਣੇ ਖਿੱਚੇ ਹੋਏ ਚਿੱਤਰ ਵਿੱਚ ਵਿਖਾਉਣੀ ਹੈ। ਕਈ ਵਾਰ ਕੇਵਲ ਬਰੀਕੀ ਛਾਨਣ ਦੀ ਥਾਂ ਰੇਖਾ ਦੁਆਰਾ ਬਰੀਕੀ ਦਾ ਵਿਅੰਗ ਹੀ ਆਪਣਾ ਕੰਮ ਕਰ ਜਾਂਦਾ ਹੈ, ਕਿਉਂਕਿ ਉਸ ਨਾਲ ਦਰਸ਼ਕ ਨੂੰ ਆਪਣੀ ਕਲਪਨਾ ਲਈ ਕਾਫੀ ਖੁੱਲ੍ਹ ਮਿਲ ਜਾਂਦੀ ਹੈ। ਤੁਸੀਂ ਹਰ ਰੋਜ਼ ਸੜਕਾਂ ਜਾਂ ਨਦੀਆਂ ਦੇ ਕੰਢੇ 'ਤੇ ਪਏ ਹੋਏ ਹਜ਼ਾਰਾਂ ਪੱਥਰ ਵੇਖੇ ਹੋਣਗੇ, ਪਰ ਜੇ ਤੁਸੀਂ ਇੱਕ ਵਾਰੀ ਕਿਸੇ ਚੰਗੇ ਚਿੱਤਰਕਾਰ ਦਾ ਚਿੱਤਰਿਆ ਹੋਇਆ ਪੱਥਰ ਵੇਖ ਕੇ ਲਓ ਤਾਂ ਤੁਸੀਂ ਉਸ ਦੀ ਬਣਤਰ ਅਤੇ ਉਸ ਦੇ ਚਰਿੱਤਰ ਦਾ ਤੁਹਾਡੇ ਮਨ 'ਤੇ ਇਤਨਾ ਡੂੰਘਾ ਪ੍ਰਭਾਵ ਪਵੇਗਾ ਕਿ ਤੁਸੀਂ ਉਸ ਨੂੰ ਕਦੀ ਨਹੀਂ ਭੁੱਲੋਗੇ। ਡਰਾਇੰਗ ਸਾਨੂੰ ਰਚਨਾ ਦੇ ਕਾਨੂੰਨਾਂ ਦੀ ਸੋਝੀ ਦਿੰਦੀ ਹੈ, ਜਿਨ੍ਹਾਂ ਦੁਆਰਾ ਸਾਨੂੰ ਰਚਨਾ ਦੀ ਸੁੰਦਰਤਾ ਦਾ ਗਿਆਨ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ ਇੱਕ ਪਿੱਪਲ ਦਾ ਪੱਤਾ ਹੀ ਲੈ ਲਓ, ਉਹਦਾ ਬਾਹਰਲਾ ਆਕਾਰ ਦਰਸਾਉਣ ਵਾਲੀ ਰੇਖਾ ਵਿੱਚ ਕਿਤਨੀ ਲਚਕ ਹੈ ਅਤੇ ਉਹਦੀ ਡੰਡੀ ਤੋਂ ਨਿਕਲਦੀਆਂ ਸ਼ਾਖਾ ਪੱਤੇ ਨੂੰ ਕਈ ਅਦੁੱਤੀ ਸੁੰਦਰਤਾ ਬਖਸ਼ਦੀਆਂ ਹਨ ਕਿ ਵਰਣਨ ਨਹੀਂ ਹੋ ਸਕਦਾ। ਫਿਰ ਕਪਾਈ ਬੱਦਲ ਦੀ ਮਿਸਾਲ ਲਓ, ਉਹ ਇੱਕ ਰੂੰਗ ਦੇ ਢੇਰ ਜਾਂ ਪਰੀਆਂ ਦੇ ਦੇਸ਼ ਦੇ ਕਿਸੇ ਪਹਾੜ ਵਾਂਗ ਇੱਕ ਅਕਹਿ ਨਜ਼ਾਕਤ ਨਾਲ ਉੱਪਰ ਵੱਲ ਨੂੰ ਉੱਭਰਦਾ ਜਾਪਦਾ ਹੈ। ਜਿਤਨੀ ਦੇਰ ਤੱਕ ਮਨੁੱਖ ਆਪਣੇ ਆਲੇ ਦੁਆਲੇ ਨਾਲ ਚੰਗੀ ਜਾਣਕਾਰੀ ਨਹੀਂ ਪੈਦਾ ਕਰ ਲੈਂਦਾ, ਉਤਨੀ ਦੇਰ ਤੱਕ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਇਸੇ ਕਾਰਨ ਮਨੁੱਖ ਵਿੱਚ ਆਪਣੇ ਆਸ-ਪਾਸ ਨੂੰ ਜਾਣਨ ਦੀ ਖਾਹਿਸ਼ ਪੈਦਾ ਹੁੰਦੀ ਹੈ। ਕਿਸੇ ਚੀਜ਼ ਨੂੰ ਜਾਣਨ ਨਾਲ ਅਸੀਂ ਉਸ ਦੇ ਨਾਲ ਇੱਕ ਖਾਸ ਸੰਬੰਧ ਕਾਇਮ ਕਰ ਲੈਂਦੇ ਹਾਂ। ਇਹੋ ਕਾਰਨ ਹੈ ਕਿ ਪੱਥਰ ਯੁੱਗ ਦੀਆਂ ਕੁੰਦਰਾਂ ਵਿੱਚ ਰਹਿਣ ਵਾਲਾ ਮਨੁੱਖ ਆਪਣੀ ਕੁੰਦਰ ਦੀਆਂ ਕੰਧਾਂ 'ਤੇ ਪਸ਼ੂਆਂ ਪੰਛੀਆਂ ਦੇ ਚਿੱਤਰ ਕੱਢ ਕੇ ਉਹਨਾਂ ਨਾਲ ਆਤਮਕ ਸੰਬੰਧ ਕਾਇਮ ਕਰਨ ਦੀ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਸੀ, ਅਤੇ ਇਸੇ ਤਰ੍ਹਾਂ ਆਪਣੀ ਆਤਮਾ ਨੂੰ ਗਿਆਨ ਦਾ ਵਿਕਾਸ ਦੇ ਕੇ ਇੱਕ ਅਦੁੱਤੀ ਖੁਸ਼ੀ ਮਹਿਸੂਸ ਕਰਦਾ ਸੀ। ਜਦ ਅਸੀਂ ਕੋਕ ਸ਼ਕਤੀ ਦੀ ਸਹਾਇਤਾ ਦੁਆਰਾ ਹਰ ਚੀਜ਼ ਨੂੰ ਗੌਰ ਨਾਲ ਵੇਖਦੇ ਹਾਂ, ਸਾਨੂੰ ਨਾਲ ਹੀ ਮੂੰਹ ਜ਼ਬਾਨੀ ਚਿੱਤਰ ਬਣਾਉਣ ਦੀ ਮੁਹਾਰਤ ਵੀ ਹੁੰਦੀ ਜਾਂਦੀ ਹੈ। ਵੇਲੇ ਵੇਲੇ ਬੈਠਿਆਂ ਡਰਾਇੰਗ ਕਰਨ ਨਾਲ ਇੰਝ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਅਸੀਂ ਸੁੰਦਰਤਾ ਅਤੇ ਸੱਚਾਈ ਦੀ ਦੁਨੀਆ ਦੀ ਯਾਤਰਾ ਕਰ ਰਹੇ ਹੁੰਦੇ ਹਾਂ। ਹਰ ਪ੍ਰਕਾਰ ਦੀ ਸਿੱਖਿਆ ਦਾ ਆਧਾਰ ਕੋਕ ਸ਼ਕਤੀ ਅਤੇ ਮਿੱਥਨ ਸ਼ਕਤੀ 'ਤੇ ਨਿਰਭਰ ਹੈ। ਇਹ ਦੋਵੇਂ ਸ਼ਕਤੀਆਂ ਡਰਾਇੰਗ ਵਿੱਚ ਦਿਲਚਸਪੀ ਲੈਣ ਨਾਲ ਵੱਧਦੀਆਂ ਹਨ। ਹਰ ਕੁਦਰਤੀ ਚੀਜ਼ ਦੀ ਡਰਾਇੰਗ ਕਰਨ ਤੋਂ ਪਹਿਲਾਂ ਉਸ ਦੀ ਬਣਾਵਟ ਨੂੰ ਸਮਝਣ ਦੀ ਕੋਸ਼ਿਸ਼ ਕਰਨ ਨਾਲ ਮਨੁੱਖ ਵਿੱਚ ਸੋਚ ਵਿਚਾਰ ਵੱਧਦੀ ਹੈ ਅਤੇ ਮਨ ਚੇਤਨ ਹੁੰਦਾ ਹੈ। ਇਸ ਨਾਲ ਨਾ ਕੇਵਲ ਹੱਥ ਨੂੰ ਹੀ ਚਿੱਤਰਨ ਦਾ ਅਭਿਆਸ ਹੁੰਦਾ ਹੈ, ਬਲਕਿ ਅੱਖਾਂ ਨੂੰ ਵੀ ਡੂੰਘੀ ਨਜ਼ਰ ਨਾਲ ਤੱਕਣ ਦੀ ਮਸ਼ਕ ਹੁੰਦੀ ਹੈ। ਜਿਸ ਮਨੁੱਖ ਦੀ ਅੱਖ ਡਰਾਇੰਗ ਦੇ ਅਭਿਆਸ ਦੁਆਰਾ ਤੇਜ਼ ਹੋ ਗਈ ਹੈ ਅਤੇ ਉਹ ਰੇਖਾ ਦੀਆਂ ਬਰੀਕੀਆਂ ਨੂੰ ਕਾਗਜ਼ 'ਤੇ ਲਿਆ ਸਕਦਾ ਹੈ, ਉਸ ਦੇ ਹੱਥ ਵਿੱਚ ਇੱਕ ਖਾਸ ਸ਼ਕਤੀ ਆ ਜਾਂਦੀ ਹੈ ਜਿਹੜੀ ਉਸ ਨੂੰ ਨਵੀਆਂ-ਨਵੀਆਂ ਕਾਢਾਂ ਕੱਢਣ, ਨਵੀਆਂ-ਨਵੀਆਂ ਚੀਜ਼ਾਂ ਨੂੰ ਬਣਾਉਣ ਵਿੱਚ ਸਹਾਇਤਾ ਦਿੰਦੀ ਹੈ। ਇੱਕ ਇਸਤਰੀ ਨੂੰ ਚਿੱਤਰਕਾਰੀ ਵਿੱਚ ਪ੍ਰਾਪਤ ਕੀਤੀ ਸਿੱਖਿਆ ਡਰਾਇੰਗ, ਜਿਸ ਦਾ ਮੁੱਢਲਾ ਅੰਗ ਹੈ, ਆਪਣੇ ਘਰ ਨੂੰ ਸੋਹਣਾ ਅਤੇ ਸੁਚੱਜਾ ਬਣਾਉਣ ਵਿੱਚ ਅਤੇ ਜੀਵਨ ਵਿੱਚ ਭੱਜ-ਨੱਸ ਤੋਂ ਪੈਦਾ ਹੋਈਆਂ ਪਰੇਸ਼ਾਨੀਆਂ ਅਤੇ ਭੰਬਲ-ਭੂਸਿਆਂ ਨੂੰ ਦੂਰ ਕਰਕੇ ਜੀਵਨ ਨੂੰ ਸ਼ਾਂਤ ਅਤੇ ਸੁਖੈਨ ਬਣਾਉਣ ਵਿੱਚ ਮਦਦ ਦਿੰਦੀ ਹੈ। ਘਰ ਨੂੰ ਸੁੰਦਰ ਬਣਾਉਣ ਲਈ ਉਤਨੀ ਧਨ ਦੌਲਤ ਦੀ ਲੋੜ ਨਹੀਂ ਹੁੰਦੀ ਜਿਤਨੀ ਕਿ ਸੁੰਦਰਤਾ ਦੇ ਉਹਨਾਂ ਅਸੂਲਾਂ ਨੂੰ ਜਾਣਨ ਦੀ ਜੋ ਚਿੱਤਰਕਲਾ ਦਾ ਆਧਾਰ ਹਨ। ਜਿੰਨੀ ਦੇਰ ਤੱਕ ਅਭਿਆਸ ਦੁਆਰਾ ਸਾਡੇ ਮਨ ਨੇ ਸੁੰਦਰਤਾ ਨੂੰ ਮਹਿਸੂਸ ਕਰਨ, ਉਸ ਨੂੰ ਪਛਾਣਨ ਅਤੇ ਗ੍ਰਹਿਣ ਕਰਨ ਦੀ ਸਿੱਖਿਆ ਨਾ ਪ੍ਰਾਪਤ ਕੀਤੀ ਹੋਵੇ, ਭਾਵੇਂ ਸਾਡੇ ਪਾਸ ਧਨ ਦੌਲਤ ਕਿੰਨੀ ਵੀ ਕਿਉਂ ਨਾ ਹੋਵੇ ਅਤੇ ਸਾਡਾ ਆਸ-ਪਾਸ ਸੁੰਦਰਤਾ ਨਾਲ ਕਿੰਨਾ ਵੀ ਭਰਪੂਰ ਕਿਉਂ ਨਾ ਹੋਵੇ, ਅਸੀਂ ਸੁੰਦਰਤਾ ਦੇ ਪ੍ਰਭਾਵ ਅਤੇ ਉਸ ਤੋਂ ਆਨੰਦ ਮਾਣਨ ਤੋਂ ਸਦਾ ਲਈ ਵਾਂਝੇ ਰਹਿ ਜਾਵਾਂਗੇ। ਜਿਨ੍ਹਾਂ ਨੂੰ ਡਰਾਇੰਗ ਕਰਨੀ ਆ ਗਈ ਹੈ ਅਤੇ ਕਲਾ ਦੇ ਸਿਧਾਂਤਾਂ ਦੀ ਥੋੜ੍ਹੀ ਬਹੁਤ ਜਾਣਕਾਰੀ ਹੋ ਗਈ ਹੈ, ਉਹਨਾਂ ਅੰਦਰ ਮਾਨਸਿਕ ਸੂਝ-ਬੂਝ ਪੈਦਾ ਹੋ ਜਾਂਦੀ ਹੈ, ਜਿਸ ਬਿਨਾਂ ਮਨੁੱਖ ਖੁਸ਼ੀ ਭਰਿਆ ਅਤੇ ਲਾਭਦਾਇਕ ਜੀਵਨ ਬਸਰ ਨਹੀਂ ਕਰ ਸਕਦਾ। ਦੁਨੀਆ ਵਿੱਚ ਹਰ ਵਸਤ ਦੀ, ਭਾਵੇਂ ਉਹ ਮਾਮੂਲੀ ਤੋਂ ਮਾਮੂਲੀ ਕਿਉਂ ਨਾ ਹੋਵੇ, ਖਾਸ ਸ਼ਖਸੀਅਤ ਅਤੇ ਸੁੰਦਰਤਾ ਪੈਦਾ ਕਰਦੀ ਹੈ। ਇੱਕ ਰਸਤੇ ਵਿੱਚ ਪਿਆ ਪੱਥਰ, ਇੱਕ ਵੀਰਾਨੇ ਵਿੱਚ ਇਕੱਲਾ ਦੁਕੱਲਾ ਉੱਗਿਆ ਘਾਹ 'ਤੇ ਡਿੱਗਾ ਇੱਕ ਸੁੱਕ ਸੜ ਰਿਹਾ ਪੱਤਾ, ਵਾੜ ਵਿੱਚ ਲੱਗਾ ਮਾਮੂਲੀ ਜਿਹਾ ਫੁੱਲ, ਇੱਕ ਟੁੱਟੀ ਭੱਜੀ ਝੌਂਪੜੀ, ਹਰ ਇੱਕ ਪਰਮਾਤਮਾ ਦਾ ਖਾਸ ਸੰਦੇਸ਼ ਦੇ ਰਿਹਾ ਹੁੰਦਾ ਹੈ। ਪਰ ਨਾਲ ਹੀ ਉਸ ਸੰਦੇਸ਼ ਨੂੰ ਦੁਨੀਆ ਦੇ ਹਰ ਮਨੁੱਖ ਤੱਕ ਪਹੁੰਚਾਉਣ ਲਈ ਉਹ ਇੱਕ ਕਲਾਕਾਰ ਦੀ ਉਡੀਕ ਕਰ ਰਿਹਾ ਹੁੰਦਾ ਹੈ। ਦੁਨੀਆ ਦੀਆਂ ਸੂਖਸ਼ਮ ਸੁੰਦਰਤਾ ਦਾ ਭੇਦ ਕਲਾਤਮਕ ਰੁਚੀਆਂ ਰੱਖਣ ਵਾਲਾ ਮਨੁੱਖ ਹੀ ਪਾ ਸਕਦਾ ਹੈ, ਅਤੇ ਜਿਤਨੀਆਂ ਵੀ ਕਲਾਤਮਕ ਰੁਚੀਆਂ ਅਸੀਂ ਵਧੇਰੇ ਪੈਦਾ ਕਰਾਂਗੇ, ਉਤਨੀ ਹੀ ਦੁਨੀਆ ਸਾਨੂੰ ਜ਼ਿਆਦਾ ਸੁੰਦਰ ਲੱਗਣ ਲੱਗ ਪਵੇਗੀ। ਪੰਜਾਬ ਵਿੱਚ ਚਿੱਤਰਕਲਾ। ਪ੍ਰਾਚੀਨ ਕਾਲ ਤੋਂ ਹੀ ਪੰਜਾਬ ਵਿੱਚ ਕਲਾ ਦੀਆਂ ਅੱਡ-ਅੱਡ ਲਹਿਰਾਂ ਆ ਕੇ ਮਿਲਦੀਆਂ ਰਹੀਆਂ ਹਨ। ਭਾਵੇਂ ਬਾਹਰੋਂ ਆਏ ਹਮਲਾਵਰ ਦੇਸ਼ ਨੂੰ ਲੁੱਟਣ ਜਾਂ ਇੱਥੇ ਆ ਕੇ ਵਸਣ ਦਾ ਨਿਸ਼ਾਨਾ ਮੁੱਖ ਰੱਖ ਕੇ ਆਏ, ਪਰ ਉਹ ਆਪਣੇ ਦੇਸ਼ ਦੀ ਕਲਾ ਦਾ ਖਜ਼ਾਨਾ ਇੱਥੇ ਛੱਡ ਕੇ ਜਾਂਦੇ ਰਹੇ। ਮੋਹਿੰਜੋਦਾੜੋ ਅਤੇ ਹੜੱਪਾ ਦੇ ਥੇ ਦੱਸਦੇ ਹਨ ਕਿ ਭਵਨ ਕਲਾ ਪੰਜਾਬ ਵਿੱਚ ਕਿੰਨੇ ਕਮਾਲ 'ਤੇ ਪਹੁੰਚ ਚੁੱਕੀ ਸੀ। ਟੈਕਸਲਾ ਵਿੱਚ ਪ੍ਰਫੁੱਲਤ ਹੋਈ ਗੰਧਾਰ ਕਲਾ ਵਿੱਚ ਯੂਨਾਨੀ ਕਲਾ ਦਾ ਡੂੰਘਾ ਅਸਰ ਹੈ। ਮਹਾਤਮਾ ਬੁੱਧ ਦੀਆਂ ਮੂਰਤੀਆਂ ਵਿੱਚ ਇਹ ਅਸਰ ਸਾਫ਼ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲਾਂ ਮੂਰਤੀ ਕਲਾ ਅਤੇ ਭਵਨ ਕਲਾ ਨੇ ਭਾਰਤੀ ਕਲਾਕਾਰ ਦੀ ਕਲਪਨਾ ਨੂੰ ਉਕਸਾਇਆ। ਚਿੱਤਰਕਲਾ ਵੱਲ ਸ਼ੁਰੂ ਵਿੱਚ ਲੋਕਾਂ ਦਾ ਧਿਆਨ ਘੱਟ ਹੀ ਸੀ। ਫਿਰ ਜਦ ਇਤਿਹਾਸ ਨੇ ਪਲਸੇਟੇ ਖਾਣੇ ਸ਼ੁਰੂ ਕੀਤੇ, ਕਲਾ ਆਪਣੇ ਸਿਖਰ 'ਤੇ ਸੀ।
ਬਾਹਰਲੇ ਹਮਲਾਵਰ ਲੁੱਟ ਖਸੁੱਟ ਮਚਾਉਂਦੇ ਅਤੇ ਅਸ਼ਾਂਤੀ ਦਾ ਵਾਤਾਵਰਣ ਪੈਦਾ ਕਰਦੇ ਰਹੇ। ਕਲਾ ਆਮ ਤੌਰ 'ਤੇ ਸ਼ਾਂਤੀ ਵਿੱਚ ਹੀ ਵੱਧਦੀ ਫੁੱਲਦੀ ਹੈ, ਇਸ ਲਈ ਅਸ਼ਾਂਤੀ ਦੇ ਵਾਤਾਵਰਣ ਕਾਰਨ ਕਲਾ ਦੀ ਤਰੱਕੀ ਰੁਕ ਗਈ। ਮੁਗਲ ਰਾਜ ਦੀ ਸਥਾਪਨਾ ਨਾਲ ਕਲਾ ਨੂੰ ਫੇਰ ਉਤਸ਼ਾਹ ਮਿਲਿਆ। ਮੁਗਲ ਸਮਰਾਟ ਕਲਾ ਦੇ ਵਿਦਿਆ ਦੇ ਉਪਾਸ਼ਕ ਸਨ। ਉਹਨਾਂ ਦੀ ਛਤਰ ਛਾਇਆ ਹੇਠ ਸਦੀਆਂ ਦੀ ਅਣਗਹਿਲੀ ਤੋਂ ਪਿੱਛਾ ਛੁਡਾ ਕੇ ਕਲਾ ਫੇਰ ਆਪਣੇ ਪੂਰੇ ਜੋਬਨ ਵਿੱਚ ਆਈ। ਇਹ ਕਲਾ ਪੰਜਾਬ ਰਾਹੀਂ ਹੁੰਦੀ ਹੋਈ ਹੌਲੀ ਹੌਲੀ ਸਾਰੇ ਭਾਰਤ ਵਿੱਚ ਛਾ ਗਈ। ਸ਼ਾਹਜਹਾਨ ਦੇ ਸਮੇਂ ਇਹ ਆਪਣੇ ਸਿਖਰ 'ਤੇ ਸੀ, ਪਰ ਔਰੰਗਜ਼ੇਬ ਤੇ ਉਸਦੇ ਵਾਰਸਾਂ ਨੇ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਦੇਸ਼ ਦੇ ਕਲਾਕਾਰਾਂ ਨੇ ਪਹਾੜੀ ਰਾਜਿਆਂ ਪਾਸ ਜਾ ਕੇ ਪਨਾਹ ਲਈ ਤੇ ਇਸ ਤੋਂ ਕਾਂਗੜਾ ਕਲਾ ਨੇ ਜਨਮ ਲਿਆ। ਕਾਂਗੜਾ ਘਾਟੀ ਦੀ ਮਨੋਹਰ ਸੁੰਦਰਤਾ ਨੇ ਇਹਨਾਂ ਕਲਾਕਾਰਾਂ ਦੀ ਕਲਪਨਾ ਨੂੰ ਉਕਸਾਇਆ। ਆਨੰਦ ਅਤੇ ਸਹਿਜ ਇਸ ਕਲਾ ਦੇ ਮੁੱਖ ਲੱਛਣ ਸਨ। ਪਰ ਪੰਜਾਬ ਦੇ ਮੈਦਾਨਾਂ ਵਿੱਚ ਆਉਂਦਿਆਂ ਹੀ ਕਾਂਗੜੇ ਦੀ ਕਲਾ ਦਾ ਇਹ ਲੱਛਣ ਖੋ ਬੈਠੀ, ਕਿਉਂਕਿ ਇੱਥੇ ਰਾਜ ਰੌਲਿਆਂ ਕਾਰਨ ਅਸ਼ਾਂਤੀ ਦਾ ਵਾਤਾਵਰਣ ਪੈਦਾ ਹੋ ਚੁੱਕਾ ਸੀ। ਸਿੱਖ ਰਾਜ ਦੀ ਉਸਾਰੀ ਸੈਨਾ ਦੀ ਤਾਕਤ 'ਤੇ ਆਧਾਰਿਤ ਸੀ, ਪਰ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਸਿੱਖ ਕਲਾ ਨੇ, ਜੋ ਕਾਂਗੜਾ ਕਲਾ ਦਾ ਹੀ ਇੱਕ ਪੜਾਅ ਹੈ, ਥੋੜ੍ਹੇ ਸਮੇਂ ਵਿੱਚ ਹੀ ਇਤਨੀ ਤਰੱਕੀ ਕੀਤੀ। ਗੁਰੂ ਸਾਹਿਬਾਨ ਦੀ ਬੀਰਤਾ ਅਤੇ ਭਗਤੀ ਇਸੇ ਕਲਾ ਦੀ ਮੰਗ ਕਰ ਰਹੀ ਸੀ। ਗੁਰੂ ਸਾਹਿਬਾਨ ਦੇ ਚਿੱਤਰਾਂ ਦੀ, ਚਾਹੇ ਉਹ ਕਿਸੇ ਵੀ ਆਸਣ ਵਿੱਚ ਹਨ, ਪਿੱਠ ਭੂਮੀ ਵਿੱਚ ਉਸੇ ਫੁੱਲ ਵਨ ਤੇ ਹਰਿਆਵਲ ਦੀ ਝਲਕ ਦਿਸਦੀ ਹੈ ਜਿਹੜੀ ਕਾਂਗੜਾ ਕਲਾ ਦੇ ਚਿੱਤਰਾਂ ਵਿੱਚ ਹੈ। ਗੁਰੂ ਹਰ ਰਾਏ ਅਤੇ ਹਰਕ੍ਰਿਸ਼ਨ ਜੀ ਦੇ ਚਿੱਤਰ ਸਿੱਖ ਕਲਾ ਦੇ ਨਮੂਨੇ ਹਨ, ਪਰ ਇਹ ਉਸ ਸਮੇਂ ਦੇ ਗਵਾਹੀ ਦਿੰਦੇ ਹਨ ਜਦ ਇਹ ਕਲਾ ਆਪਣੇ ਪਤਨ ਵੱਲ ਜਾ ਰਹੀ ਸੀ। ਸਿੱਖ ਕਲਾ ਦਾ ਇੱਕ ਹੋਰ ਵਿਸ਼ੇਸ਼ ਲੱਛਣ ਕੰਧ ਚਿੱਤਰ ਹਨ, ਜੋ ਗੁਰੂ ਅਸਥਾਨਾਂ ਅਤੇ ਸਿੱਖ ਸਰਦਾਰਾਂ ਦੇ ਘਰਾਂ ਦੀਆਂ ਕੰਧਾਂ 'ਤੇ ਬਣਾਏ ਜਾਂਦੇ ਸਨ। ਸਿੱਖ ਕਲਾ ਥੋੜ੍ਹਾ ਚਿਰ ਹੀ ਸੁਰਜੀਤ ਰਹੀ, ਕਿਉਂਕਿ ਰਣਜੀਤ ਸਿੰਘ ਦੀ ਮੌਤ ਕਾਰਨ ਦੇਸ਼ ਵਿੱਚ ਫੇਰ ਖੱਪ ਪੈ ਗਈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਚਿੱਤਰ ਕਾਫੀ ਗਿਣਤੀ ਵਿੱਚ ਬਣਾਏ ਗਏ। ਹਰਿਮੰਦਰ ਸਾਹਿਬ ਦੀਆਂ ਕੰਧਾਂ ਦੇ ਚਿੱਤਰਾਂ ਨਾਲ ਇੱਕ ਨਵਾਂ ਕਾਲ ਸ਼ੁਰੂ ਹੁੰਦਾ ਹੈ। ਰੰਗ ਸਾਰੇ ਹੀ ਸੁਦੇਸ਼ੀ ਵਰਤੇ ਜਾਂਦੇ ਸਨ, ਜੋ ਕਲਾਕਾਰ ਆਪਣੀ ਨਿਗਰਾਨੀ ਹੇਠ ਪੱਥਰਾਂ, ਫੁੱਲਾਂ ਅਤੇ ਪੱਤਿਆਂ ਤੋਂ ਤਿਆਰ ਕਰਵਾਉਂਦੇ ਸਨ। ਰਾਮਗੜੀਆ ਕੁਲ ਦੇ ਚਿੱਤਰਕਾਰਾਂ ਦੀ ਕਲਾ ਨੂੰ ਇਹ ਵਿਸ਼ੇਸ਼ ਦੇਣ ਹੈ। ਇਹ ਇਸ ਕਲਾ ਲਈ ਕੁਦਰਤ ਤੋਂ ਪ੍ਰੇਰਨਾ ਲੈਂਦੇ ਸਨ ਤੇ ਪਸ਼ੂਆਂ, ਬੇਲ ਬੂਟਿਆਂ ਅਤੇ ਫੁੱਲਾਂ ਨੂੰ ਆਪਣੇ ਵਿਸ਼ੇ ਲਈ ਚੁਣਦੇ ਸਨ। ਭਾਈ ਕੇਰ ਸਿੰਘ, ਮਹੰਤ ਈਸ਼ਰ ਸਿੰਘ ਤੇ ਭਾਈ ਗਿਆਨ ਸਿੰਘ ਇਸ ਕਲਾ ਪ੍ਰਣਾਲੀ ਦੇ ਉੱਘੇ ਕਲਾਕਾਰ ਸਨ। ਗਿਆਨ ਸਿੰਘ ਨਕਾਸ਼ ਤੇ ਭਾਈ ਹਰਨਾਮ ਸਿੰਘ ਇਸ ਖਤਮ ਹੋ ਰਹੀ ਕਲਾ ਦੇ ਆਖਰੀ ਚਿੰਨ੍ਹ ਹਨ। ਸਿੱਖ ਰਾਜ ਅਤੇ ਅੰਤ ਅਤੇ ਅੰਗਰੇਜ਼ੀ ਰਾਜ ਦੀ ਸਥਾਪਨਾ ਦੇ ਵਿਚਕਾਰਲੇ ਸਮੇਂ ਵਿੱਚ ਕਲਾ ਵਿੱਚ ਇੱਕ ਬੜਾ ਵੱਡਾ ਖੱਪਾ ਪੈ ਗਿਆ। 20ਵੀਂ ਸਦੀ ਦੇ ਸ਼ੁਰੂ ਵਿੱਚ ਇਹ ਕਲਾ ਮੁੜ ਸੁਰਜੀਤ ਹੋਈ। ਵਿਦੇਸ਼ੀ ਰਾਜ ਦੇ ਅਸਰ ਹੇਠ ਲਾਹੌਰ ਵਿੱਚ ਮੇਓ ਸਕੂਲ ਆਫ ਆਰਟ ਹੋਂਦ ਵਿੱਚ ਆਇਆ। ਇੱਥੋਂ ਦੇ ਸਿੱਖੇ ਕਲਾਕਾਰਾਂ ਦੇ ਚਿੱਤਰਾਂ ਵਿੱਚ ਅੱਧਾ ਵਿਦੇਸ਼ੀ ਤੇ ਅੱਧਾ ਪੰਜਾਬੀ ਅਸਰ ਸੀ, ਪਰ ਚੰਗੇ ਭਾਗਾਂ ਨੂੰ ਇਸ ਕਲਾ ਪ੍ਰਥਾ ਨੇ ਕੋਈ ਮਹਾਨ ਕਲਾਕਾਰ ਨਾ ਪੈਦਾ ਕੀਤਾ। ਇਸ ਸਮੇਂ ਸਵੈ ਯਤਨਾਂ ਨਾਲ ਕੁਝ ਕਲਾਕਾਰਾਂ ਨੇ ਪ੍ਰਸਿੱਧਤਾ ਪ੍ਰਾਪਤ ਕੀਤੀ। ਮੁਹੰਮਦ ਆਲਮ, ਅੱਲਾ ਬਖਸ਼ ਅਤੇ ਬ੍ਰਿਜ ਲਾਲ ਨੇ ਆਪਣੇ ਚਿੱਤਰ ਬਣਾ ਕੇ ਪੰਜਾਬ ਵਿੱਚ ਆਧੁਨਿਕ ਕਾਲ ਦੀ ਨੀਂਹ ਰੱਖੀ। ਮੁਹੰਮਦ ਆਲਮ ਨੇ ਦ੍ਰਿਸ਼ ਚਿੱਤਰ ਅਤੇ ਮਨੁੱਖੀ ਚਿੱਤਰ ਦੀ ਕਲਾ ਉਪਜਾਈ। ਅੱਲਾ ਬਖਸ਼ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਵਿੱਚੋਂ ਪ੍ਰੇਮ ਝਾਕੀਆਂ ਨੂੰ ਚਿੱਤਰਿਆ। ਉਹਨਾਂ ਸਮਿਆਂ ਵਿੱਚ ਧਨੀ ਲੋਕ ਆਪਣੇ ਰਾਜੇ ਕਲਾਕਾਰਾਂ ਦੇ ਚਿੱਤਰ ਮੁੱਲ ਲੈ ਲੈਂਦੇ ਸਨ। ਇਹਨਾਂ ਤੋਂ ਪਿੱਛੋਂ ਆਉਣ ਵਾਲੀ ਪੀੜ੍ਹੀ ਦੇ ਕਲਾਕਾਰ ਅਬਦੁਲ ਰਹਿਮਾਨ ਚੁਗਤਾਈ, S.G. ਠਾਕਰ ਸਿੰਘ ਤੇ ਸਰਦਾਰ ਸੋਭਾ ਸਿੰਘ ਹਨ। ਇਹਨਾਂ ਵਿੱਚੋਂ ਹਰ ਕਲਾਕਾਰ ਨੇ ਆਪਣੀਆਂ ਨਵੇਕਲੀਆਂ ਲੀਹਾਂ ਨੂੰ ਅਪਣਾਇਆ। S.G. ਠਾਕਰ ਸਿੰਘ ਨੇ ਦ੍ਰਿਸ਼ ਕਲਾ ਨੂੰ ਅਪਣਾਇਆ। ਉਹਨਾਂ ਦੀ ਕਲਾ ਰਾਜਿਆਂ ਦੀ ਸਰਪ੍ਰਸਤੀ ਹੇਠ ਪਲੀ। ਉਹਨਾਂ ਨੇ ਪੰਜਾਬ ਵਿੱਚ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੀ ਸੰਸਥਾ ਕਾਇਮ ਕਰਕੇ ਕਲਾ ਦੀ ਇੱਕ ਵੱਡੀ ਸੇਵਾ ਕੀਤੀ। S.G. ਠਾਕਰ ਸਿੰਘ ਰੰਗ ਸੂਝ ਉਹਨਾਂ ਦੀ ਕਲਾ ਨੂੰ ਉਚਿਆਉਂਦੀ ਹੈ। ਸਰਦਾਰ ਸੋਭਾ ਸਿੰਘ ਨੂੰ ਉਹਨਾਂ ਦੀ ਅਡੋਲ ਮਿਹਨਤ ਅਤੇ ਕੋਖਵੀਂ ਰੁਚੀ ਨੇ ਕਲਾ ਦੀ ਟੀਸੀ 'ਤੇ ਪਹੁੰਚਾਇਆ। ਉਹਨਾਂ ਦੇ ਹਰ ਚਿੱਤਰ ਵਿੱਚ ਇੱਕ ਲੈਅ, ਛੱਬ ਅਤੇ ਆਦਰਸ਼ ਹੈ। ਅਬਦੁਲ ਰਹਿਮਾਨ ਚੁਗਤਾਈ ਪੂਰਵ ਵੰਡ ਕਾਲ ਦਾ ਇੱਕ ਉੱਘਾ ਪੰਜਾਬੀ ਮੁਸਲਮਾਨ ਚਿੱਤਰਕਾਰ ਹੈ। ਉਹਦੇ ਚਿੱਤਰਾਂ ਵਿੱਚ ਇਰਾਨੀ ਪ੍ਰਭਾਵ ਹੈ। ਕਵੀ ਗਾਲਬ ਦੀਆਂ ਕਵਿਤਾਵਾਂ ਦੇ ਆਧਾਰ 'ਤੇ ਉਲੀਕੇ ਚਿੱਤਰਾਂ ਵਿੱਚ ਮਨ ਨੂੰ ਉੱਚ ਅਵਸਥਾ ਵਿੱਚ ਲੈ ਜਾਣ ਵਾਲਾ ਗੁਣ ਹੈ, ਜਿਹੜਾ ਇੱਕ ਮਹਾਨ ਕਲਾ ਵਿੱਚ ਹੁੰਦਾ ਹੈ। ਅੰਮ੍ਰਿਤਾ ਸ਼ੇਰਗਿੱਲ ਪੰਜਾਬ ਦੀ ਉਹ ਪ੍ਰਸਿੱਧ ਇਸਤਰੀ ਕਲਾਕਾਰ ਹੈ ਜਿਸ ਨੇ ਪਹਿਲੀ ਵਾਰ ਭਾਰਤੀ ਅਤੇ ਪੱਛਮੀ ਕਲਾ ਦਾ ਇੱਕ ਉੱਤਮ ਢੰਗ ਨਾਲ ਸੰਯੋਗ ਕੀਤਾ। ਉਹਦੀਆਂ ਨਿਆਈ ਮੌਤ ਨਾਲ ਚਿੱਤਰ ਕਲਾ ਦੀ ਲੀਹ ਨੂੰ ਇੱਕ ਸਖਤ ਧੱਕਾ ਲੱਗਾ। ਆਜ਼ਾਦੀ ਦੇ ਆਉਣ ਨਾਲ ਕਲਾ ਖੇਤਰ ਵਿੱਚ ਕਲਾ ਨੇ ਨਵਾਂ ਮੋੜ ਖਾਧਾ। ਵਿੱਦਿਆ ਦੇ ਕੋਰਸਾਂ ਵਿੱਚ ਕਲਾ ਅਪਣਾਈ ਜਾਣ ਕਰਕੇ ਇਸ ਨੂੰ ਹੋਰ ਉਤਸ਼ਾਹ ਮਿਲਿਆ ਤੇ ਲੋਕਾਂ ਵਿੱਚ ਕਲਾ ਦਾ ਪ੍ਰਚਾਰ ਵਧਿਆ ਹੈ। ਆਧੁਨਿਕ ਕਾਲ ਦੇ ਪੰਜਾਬੀ ਚਿੱਤਰਕਾਰਾਂ ਵਿੱਚੋਂ K.C. ਆਰੀਅਨ, G.S. ਸੋਹਣ ਸਿੰਘ, ਗੁਰਦਿੱਤ ਸਿੰਘ, ਈਸ਼ਵਰ ਸਿੰਘ, ਕਿਰਪਾਲ ਸਿੰਘ, G.S. ਵਿਰਦੀ, ਰੂਪ ਕ੍ਰਿਸ਼ਨ, ਫੂਲਾ ਰਾਣੀ ਅਤੇ ਪ੍ਰਕਾਸ਼ ਨਰੂਲਾ ਦੇ ਨਾਂ ਵਰਣਨ ਯੋਗ ਹਨ।
ਚਿੱਤਰਕਲਾ ਦੇ ਵੱਖ-ਵੱਖ ਸਕੂਲ। ਪੁਰਾਤਨ ਕੰਧ ਚਿੱਤਰ। ਪੁਰਾਤਨ ਚਿੱਤਰਕਲਾ ਦੇ ਨਮੂਨੇ ਹੈਦਰਾਬਾਦ ਲਾਗੇ ਪ੍ਰਸਿੱਧ ਅਜੰਤਾ ਨਾਮੀ ਕੁੰਦਰਾਂ ਵਿੱਚ ਮਿਲਦੇ ਹਨ। ਇਹ ਸ਼ਾਇਦ ਪਹਿਲੀ ਦੂਜੀ ਸਦੀ ਪੂਰਵੀ ਵਿੱਚ ਹੀ ਚਿੱਤਰੇ ਗਏ ਸਨ। ਬਾਅਦ ਵਿੱਚ 5ਵੀਂ ਤੇ 7ਵੀਂ ਸਦੀ ਦੇ ਦਰਮਿਆਨ ਗੁਪਤਾ ਕਾਲ ਦੇ ਵਿੱਚ ਉਹਨਾਂ ਦੀਆਂ ਹੀ ਕੁੰਦਰਾਂ ਵਿੱਚ ਕੁਝ ਹੋਰ ਚਿੱਤਰ ਬਣਾਏ ਗਏ। ਇਹਨਾਂ ਵਿੱਚ ਜ਼ਿਆਦਾ ਮਹਾਤਮਾ ਬੁੱਧ ਅਤੇ ਉਹਨਾਂ ਦੇ ਚੇਲਿਆਂ ਦੇ ਚਿੱਤਰ ਹਨ। ਇਹਨਾਂ ਚਿੱਤਰਾਂ ਵਿੱਚ ਬੜੀ ਜਾਨ ਹੈ ਤੇ ਉਹਨਾਂ ਦੇ ਨਾ ਕੇਵਲ ਮਨੁੱਖ ਦੀ ਮਾਨਸਿਕ ਬਲਕਿ ਆਤਮਕ ਭੁੱਖ ਨੂੰ ਪੂਰਾ ਕਰਦੇ ਹਨ। ਇਹਨਾਂ ਨੂੰ ਬਣਾਉਣ ਵਾਲੇ ਚਿੱਤਰਕਾਰ ਬੋਧੀ ਭਿਕਸ਼ੂ ਸਨ। ਇਹਨਾਂ ਚਿੱਤਰਾਂ ਦਾ ਭਾਰਤ ਦੀ ਬਾਅਦ ਵਾਲੀ ਚਿੱਤਰਕਲਾ ਤੇ ਡੂੰਘਾ ਅਸਰ ਹੈ। ਇਹ ਅੱਜ ਤੋਂ 1500 ਸਾਲ ਪਹਿਲਾਂ ਦੇ ਇਤਿਹਾਸ ਨੂੰ ਸਾਡੀਆਂ ਅੱਖਾਂ ਸਾਹਮਣੇ ਲਿਆਉਂਦੇ ਹਨ। ਅਫਗਾਨਿਸਤਾਨ ਵਿੱਚ ਬਾਮਿਆਨ ਦੇ ਸਥਾਨ ਤੇ, ਲੰਕਾ ਵਿੱਚ ਸੀਗੀਰੀਆ ਦੇ ਸਥਾਨ ਤੇ ਬਣੇ ਚਿੱਤਰਾਂ ਤੇ ਅਜੰਤਾ ਯੁੱਗ ਦੀ ਕਲਾ ਦਾ ਅਸਰ ਹੈ। ਮੱਧਕਾਲ ਦੇ ਕੰਧ ਚਿੱਤਰ। ਐਲੋਰਾ, ਕਾਂਜੀਵਰਮ ਤੇ ਤੰਜੋਰ ਵਿੱਚ 11ਵੀਂ ਸਦੀ ਦੇ ਸ਼ੁਰੂ ਵਿੱਚ ਕੰਧ ਚਿੱਤਰਕਲਾ ਨੇ ਬੜੀ ਤਰੱਕੀ ਕੀਤੀ। ਅਸੀਂ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕੰਧ ਚਿੱਤਰਕਲਾ ਮੁੱਢ ਤੋਂ ਲੈ ਕੇ ਇਸ ਦੇ ਜੋਬਨ ਤੱਕ ਇੱਕ ਅਟੁੱਟ ਲੜੀ ਦੇ ਰੂਪ ਵਿੱਚ ਵੇਖ ਸਕਦੇ ਹਾਂ। ਗੁਜਰਾਤ ਸਕੂਲ। ਪੱਛਮੀ ਭਾਰਤ ਦੇ ਇਲਾਕੇ ਗੁਜਰਾਤ ਵਿੱਚ ਚਿੱਤਰਕਲਾ ਨੇ ਜੋ ਰੂਪ ਗ੍ਰਹਿਣ ਕੀਤਾ ਹੈ ਉਸ ਨੂੰ ਗੁਜਰਾਤ ਸਕੂਲ ਦਾ ਨਾਂ ਦਿੱਤਾ ਗਿਆ ਹੈ। ਇਹ ਸਕੂਲ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਰਿਹਾ। ਜੈਨ ਮਤ ਦੀਆਂ ਪਵਿੱਤਰ ਪੁਸਤਕਾਂ ਵਿੱਚ ਦਿੱਤੀਆਂ ਗਈਆਂ ਘਟਨਾਵਾਂ ਨੂੰ ਚਿੱਤਰਨਾ ਇਸ ਸਕੂਲ ਦਾ ਮੁੱਖ ਨਿਸ਼ਾਨਾ ਸੀ। ਇਹ ਚਿੱਤਰ ਛੋਟੇ ਛੋਟੇ ਹਨ ਤੇ ਇਹਨਾਂ ਵਿੱਚ ਬੜੀ ਬਰੀਕੀ ਦਾ ਕੰਮ ਕੀਤਾ ਗਿਆ ਹੈ। ਇਹਨਾਂ ਵਿੱਚ ਮਨੁੱਖੀ ਚਿਹਰੇ ਨੂੰ ਸਾਹਮਣਿਓਂ ਨਹੀਂ ਬਲਕਿ ਇੱਕ ਪਾਸਿਓਂ ਦਰਸਾਇਆ ਗਿਆ ਹੈ। ਨੈਣ ਨਕਸ਼ ਤਿੱਖੇ ਤਿੱਖੇ ਅਤੇ ਅੱਖਾਂ ਬਹੁਤ ਹੀ ਲੰਬੂਤਰੀਆਂ ਬਣਾਈਆਂ ਗਈਆਂ ਹਨ। ਪਿੱਠ ਭੂਮੀ ਵਿੱਚ ਸ਼ੋਖ ਰੰਗ ਵਰਤੇ ਗਏ ਹਨ। ਇਹ ਚਿੱਤਰ ਮਨ ਤੇ ਡੂੰਘਾ ਪ੍ਰਭਾਵ ਪਾਉਂਦੇ ਹਨ ਤੇ ਭਾਰਤ ਦੇ ਮੱਧਕਾਲ ਦੇ ਜੀਵਨ ਤੇ ਰਹਿਣੀ ਬਾਣੀ ਤੇ ਚਾਨਣ ਪਾਉਂਦੇ ਹਨ। ਮੁਗਲ ਸਕੂਲ। ਬਾਬਰ ਅਤੇ ਹਮਾਯੂੰ ਦਾ ਜੀਵਨ ਯੁੱਧਾਂ ਤੇ ਝਗੜਿਆਂ ਦੇ ਕਾਰਨ ਡਾਵਾਂਡੋਲ ਰਿਹਾ, ਇਸ ਲਈ ਉਹਨਾਂ ਨੂੰ ਕਲਾ ਨੂੰ ਤਰੱਕੀ ਦੇਣ ਦਾ ਮੌਕਾ ਹੀ ਨਾ ਮਿਲਿਆ। ਅਕਬਰ ਨੇ ਨਾ ਕੇਵਲ ਆਪਣੇ ਰਾਜ ਨੂੰ ਵਧਾਇਆ ਬਲਕਿ ਸ਼ਾਂਤੀ ਤੇ ਖੁਸ਼ਹਾਲੀ ਦਾ ਵਾਤਾਵਰਨ ਕਾਇਮ ਕੀਤਾ। ਉਹ ਬੜਾ ਕਲਕ ਪ੍ਰੇਮੀ ਸੀ। ਉਹਨੇ ਈਰਾਨ ਤੋਂ ਕਈ ਮਹਾਨ ਚਿੱਤਰਕਾਰ ਬੁਲਾਏ ਜਿਨ੍ਹਾਂ ਪਾਸੋਂ ਭਾਰਤੀ ਚਿੱਤਰਕਾਰ ਸਿੱਖਿਆ ਪ੍ਰਾਪਤ ਕਰਦੇ ਰਹੇ। ਉਸ ਸਮੇਂ ਚਿੱਤਰਕਾਰ ਈਰਾਨੀ ਅਤੇ ਸੰਸਕ੍ਰਿਤ ਦੀਆਂ ਪ੍ਰਾਚੀਨ ਪੁਸਤਕਾਂ ਮਹਾਭਾਰਤ, ਰਾਮਾਇਣ ਆਦਿ ਵਿਚਲੀਆਂ ਘਟਨਾਵਾਂ ਨੂੰ ਚਿੱਤਰਦੇ ਰਹੇ। ਅਕਬਰ ਦੇ ਸਮੇਂ ਦੇ ਬਣੇ ਚਿੱਤਰਾਂ ਵਿੱਚ ਰੰਗਾਂ ਦੀ ਫੱਬਤ ਤੇ ਸ਼ੋਖੀ ਪਹਿਲਾਂ ਨਾਲੋਂ ਜ਼ਿਆਦਾ ਹੈ। ਜਹਾਂਗੀਰ ਵੀ ਚਿੱਤਰਕਲਾ ਦਾ ਵੱਡਾ ਪਾਰਖੂ ਸੀ। ਇਹ ਦਰਬਾਰੀ ਚਿੱਤਰਕਾਰਾਂ ਦੇ ਬਣਾਏ ਚਿੱਤਰਾਂ ਤੇ ਟਿੱਪਣੀ ਕਰਦਾ ਰਹਿੰਦਾ ਸੀ ਤੇ ਸੋਹਣੇ ਚਿੱਤਰਾਂ ਨੂੰ ਯੋਗ ਇਨਾਮ ਦਿੰਦਾ ਸੀ। ਸ਼ਾਹਜਹਾਂ ਦਾ ਝੁਕਾਅ ਚਿੱਤਰਕਲਾ ਨਾਲੋਂ ਭਵਨ ਕਲਾ ਵੱਲ ਵਧੇਰੇ ਸੀ। ਮੁਗਲ ਰਾਜ ਦਰਬਾਰ ਵਿੱਚ ਕੱਟੜਪਨ ਜ਼ਿਆਦਾ ਆ ਚੁੱਕਾ ਸੀ, ਇਸ ਲਈ ਉਸ ਸਮੇਂ ਦੀ ਚਿੱਤਰਕਲਾ ਵਿੱਚ ਲਚਕ ਤੇ ਨਜ਼ਾਕਤ ਘੱਟ ਹੈ। ਪਰ ਔਰੰਗਜ਼ੇਬ ਦੇ ਤਖਤ ਤੇ ਬੈਠਣ ਨਾਲ ਮੁਗਲ ਚਿੱਤਰਕਲਾ ਵਿੱਚ ਪਤਨ ਆ ਗਿਆ। ਅੰਗਰੇਜ਼ ਔਰੰਗਜ਼ੇਬ ਇੱਕ ਕੱਟੜ ਮੁਸਲਮਾਨ ਹੋਣ ਕਰਕੇ ਕਲਾ ਨੂੰ ਘਿਰਣਾ ਨਾਲ ਤੱਕਦਾ ਸੀ। ਉਹਦੇ ਦਰਬਾਰ ਦੇ ਚਿੱਤਰਕਾਰਾਂ ਨੂੰ ਛੁੱਟੀ ਦਿੱਤੀ ਗਈ ਤੇ ਉਹ ਆਪਣਾ ਗੁਜ਼ਾਰਾ ਤੋੜਨ ਲਈ ਰਾਜਿਆਂ ਮਹਾਰਾਜਿਆਂ ਪਾਸ ਜਾ ਨੌਕਰ ਹੋਏ। ਇਸ ਸਮੇਂ ਦੇ ਬਣੇ ਹੋਏ ਚਿੱਤਰ ਦਰਬਾਰ ਦੇ ਐਸ਼ ਇਸ਼ਰਤ ਅਤੇ ਰੰਗ ਰਲੀਆਂ ਨੂੰ ਜ਼ਿਆਦਾ ਦਰਸਾਉਂਦੇ ਹਨ। ਮੁਗਲ ਚਿੱਤਰਕਲਾ ਜ਼ਿਆਦਾ ਰਾਜ ਦਰਬਾਰ ਦੇ ਦ੍ਰਿਸ਼ ਹੀ ਦੱਸਦੀ ਹੈ। ਚਿੱਤਰੀਆਂ ਹੋਈਆਂ ਸ਼ਕਲਾਂ ਇੱਕੋ ਢਾਂਚੇ ਵਿੱਚ ਢਲੀਆਂ ਹੋਈਆਂ ਹਨ। ਸਭ ਤਸਵੀਰਾਂ ਵਿੱਚ ਹਰ ਮਨੁੱਖ ਦਾ ਇੱਕੋ ਜਿਹਾ ਲਿਬਾਸ ਹੈ, ਇੱਕੋ ਜਿਹੇ ਨੈਣ ਨਕਸ਼ ਹਨ। ਮੁਗਲ ਚਿੱਤਰਕਲਾ ਸਮਾਜਿਕ ਝੁਕਾਅ ਰੱਖਦੀ ਸੀ, ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ। ਰਾਜਸਥਾਨੀ ਸਕੂਲ। ਰਾਜਸਥਾਨੀ ਸਕੂਲ ਨੇ ਭਾਰਤੀ ਚਿੱਤਰਕਲਾ ਨੂੰ ਚਾਰ ਚੰਨ ਲਾਏ। ਇਹਦਾ ਮੁੱਖ ਭਾਵ ਪ੍ਰੇਮ ਹੈ ਤੇ ਇਸਤਰੀ ਮਨੁੱਖ ਦੇ ਆਤਮਕ ਸੰਬੰਧ ਨੂੰ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੇ ਆਪਸੀ ਸੰਬੰਧ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਰਾਜਸਥਾਨੀ ਚਿੱਤਰਕਾਰ ਇੱਕ ਪਤੀਵਰਤਾ ਇਸਤਰੀ ਦੀ ਆਦਰਸ਼ਕ ਤਸਵੀਰ ਖਿੱਚਦਾ ਹੈ ਜਿਸ ਦੀ ਆਤਮਕ ਉਚਾਨ ਅਤੇ ਉਹਦੇ ਚਿਹਰੇ ਦੀ ਸੁੰਦਰਤਾ ਤੇ ਚਮਕ ਦੁਆਰਾ ਮਹਿਸੂਸ ਕੀਤੀ ਜਾ ਸਕਦੀ ਹੈ। ਰਾਜਸਥਾਨੀ ਚਿੱਤਰਕਲਾ ਜਜ਼ਬਾਤੀ ਅਤੇ ਵਲਵਲਾ ਭਰਪੂਰ ਹੈ। ਰੇਖਾ ਵਿੱਚ ਲਚਕ ਅਤੇ ਲੈਅ ਹੈ। ਰੰਗ ਅੰਦਰਲੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤਿਆ ਗਿਆ ਹੈ। ਪਿੱਠ ਭੂਮੀ ਦੇ ਦ੍ਰਿਸ਼, ਪੰਛੀ, ਪਸ਼ੂ ਆਦਿ ਸਭ ਮਨੁੱਖੀ ਮਨ ਤੇ ਅੰਦਰੂਨੀ ਭਾਵਾਂ ਨੂੰ ਪ੍ਰਗਟ ਕਰਦੇ ਹਨ। ਵਿਸ਼ੇ ਆਮ ਤੌਰ ਤੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਜਾਂ ਮਹਾਭਾਰਤ, ਰਾਮਾਇਣ ਅਤੇ ਲੋਕ ਭਜਨਾਂ ਵਿੱਚੋਂ ਲਏ ਗਏ ਹਨ। ਕਾਂਗੜਾ ਸਕੂਲ। ਔਰੰਗਜ਼ੇਬ ਅਤੇ ਉਸਦੇ ਉੱਤਰ ਅਧਿਕਾਰੀਆਂ ਵੱਲੋਂ ਚਿੱਤਰਕਲਾ ਨੂੰ ਰਾਜ ਦਰਬਾਰ ਵਿੱਚੋਂ ਦੇਸ਼ ਨਿਕਾਲਾ ਦੇਣ ਪਿੱਛੋਂ ਦਰਬਾਰ ਦੇ ਕਲਾਕਾਰਾਂ ਨੇ ਪਹਾੜੀ ਰਾਜਿਆਂ ਪਾਸ ਜਾ ਸ਼ਰਨ ਲਈ। ਜੋ ਕਲਾ ਉਹਨਾਂ ਨੇ ਇਹਨਾਂ ਰਾਜਿਆਂ ਦੀ ਦੇਖ ਰੇਖ ਹੇਠ ਉਪਜਾਈ ਉਸ ਕਲਾ ਨੂੰ ਕਾਂਗੜਾ ਕਲਾ ਕਹਿੰਦੇ ਹਨ। ਕਾਂਗੜੇ ਦੀ ਮਨੋਹਰ ਘਾਟੀ, ਤਾਲ ਦਿੰਦੀਆਂ ਨਦੀਆਂ, ਰੁੱਖਾਂ ਦੇ ਝੁੰਡ ਤੇ ਧਾਨਾਂ ਦੇ ਲਹਿਲਹਾਉਂਦੇ ਖੇਤਾਂ ਨੇ ਇਹਨਾਂ ਕਲਾਕਾਰਾਂ ਦੀ ਕਲਪਨਾ ਨੂੰ ਉਕਸਾਇਆ ਤੇ ਉਹਨਾਂ ਦੇ ਚਿੱਤਰਾਂ ਨੂੰ ਇੱਕ ਸੁੰਦਰ ਪਿੱਠ ਭੂਮੀ ਦਿੱਤੀ। ਉਹਨਾਂ ਦੀ ਕਲਾ ਦੇ ਮੁੱਖ ਲੱਛਣ ਰੰਗ ਦੀ ਛੱਬ ਅਤੇ ਸਵੱਛਤਾ, ਰੇਖਾ ਦੀ ਸੂਖਮਤਾ ਤੇ ਸਜਾਵਟ, ਭਰਪੂਰ ਵਿਸਤਾਰ ਹਨ। ਆਨੰਦ ਅਤੇ ਸਹਿਜ ਇਸ ਦੇ ਰੰਗਾਂ ਤੇ ਅੰਗਾਂ ਤੇ ਛਾਏ ਹੋਏ ਹਨ। ਰਾਜਿਆਂ ਦੀਆਂ ਤਸਵੀਰਾਂ, ਰਾਜ ਦਰਬਾਰ ਦੇ ਦ੍ਰਿਸ਼ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਬਾਲ ਲੀਲਾ ਇਸ ਦੇ ਮੁੱਖ ਵਿਸ਼ੇ ਹਨ। ਸਿੱਖ ਕਲਾ।
ਸਿੱਖ ਰਾਜ ਦੇ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਫੈਲ ਜਾਣ 'ਤੇ ਕਾਂਗੜਾ ਕਲਾ ਮੈਦਾਨੀ ਇਲਾਕਿਆਂ ਵਿੱਚ ਪਸਰ ਗਈ ਤੇ ਸਿੱਖ ਕਲਾ ਨੇ ਜਨਮ ਲੈ ਲਿਆ। ਪੰਜਾਬ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਯੋਧਿਆਂ ਦੀ ਬੀਰਤਾ ਅਤੇ ਭਗਤੀ ਇਸ ਕਲਾ ਦੀ ਮੰਗ ਕਰ ਰਹੀ ਸੀ। ਗੁਰੂ ਸਾਹਿਬਾਨ ਦੇ ਚਿੱਤਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਦੇ ਚਿੱਤਰ ਇਸ ਕਲਾ ਦੇ ਨਮੂਨੇ ਹਨ। ਸਿੱਖ ਕਲਾ ਦੇ ਇੱਕ ਹੋਰ ਵਿਸ਼ੇਸ਼ ਲੱਛਣ ਕੰਧ ਚਿੱਤਰ ਹਨ, ਜਿਹੜੇ ਗੁਰੂ ਅਸਥਾਨਾਂ ਅਤੇ ਸਿੱਖ ਸਰਦਾਰਾਂ ਦੇ ਘਰਾਂ ਦੀਆਂ ਕੰਧਾਂ ਤੇ ਚਿੱਤਰਾਂ ਤੇ ਵੇਖੇ ਜਾ ਸਕਦੇ ਹਨ। ਸਿੱਖ ਕਲਾ ਰਣਜੀਤ ਸਿੰਘ ਦੀ ਮੌਤ ਦੇ ਨਾਲ ਹੀ ਸਮਾਪਤ ਹੋ ਗਈ। ਇਹ ਥੋੜਾ ਸਮਾਂ ਰਹੀ, ਪਰ ਇਤਨੇ ਸਮੇਂ ਵਿੱਚ ਹੀ ਇੰਨੇ ਹੈਰਾਨ ਕਰਨ ਵਾਲੀ ਮਾਤਰਾ ਵਿੱਚ ਕਲਾ ਉਪਜਾਈ। ਇਸ ਕਲਾ ਦੇ ਨਮੂਨੇ ਕਈ ਪੁਰਾਣੇ ਸਿੱਖ ਘਰਾਣਿਆਂ ਵਿੱਚ ਪਏ ਮਿਲਦੇ ਹਨ। ਆਧੁਨਿਕ ਚਿੱਤਰਕਲਾ। ਆਧੁਨਿਕ ਚਿੱਤਰਕਲਾ ਦਾ ਮੁੱਢ ਮੁਗਲ ਰਾਜ ਦੀ ਕੇਂਦਰੀ ਸ਼ਕਤੀ ਤੇ ਹੀ ਸਮਾਪਤ ਹੋ ਜਾਣ ਨਾਲ ਹੋਇਆ। ਭਾਰਤ ਦੇ ਸੂਬਿਆਂ ਤੇ ਸੂਬੇਦਾਰ ਖੁਦ ਮੁਖਤਿਆਰ ਹੋ ਗਏ। ਬਹੁਤ ਸਾਰੇ ਚਿੱਤਰਕਾਰਾਂ ਨੇ ਵੱਖ-ਵੱਖ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿੱਚ ਮੁਗਲ ਸੂਬੇਦਾਰਾਂ ਪਾਸ ਜਾ ਨੌਕਰੀ ਕੀਤੀ ਅਤੇ ਗੁਜਰਾਤ, ਮਾਲਵਾ, ਲਖਨਊ ਆਦਿ ਸ਼ਹਿਰਾਂ ਵਿੱਚ ਚਿੱਤਰਕਲਾ ਦੇ ਨਵੇਂ-ਨਵੇਂ ਕੇਂਦਰਾਂ ਦੀ ਸਥਾਪਨਾ ਹੋਈ। ਹੌਲੀ-ਹੌਲੀ ਅੰਗਰੇਜ਼ੀ ਰਾਜ ਦੇ ਤਾਕਤ ਪਕੜ ਜਾਣ ਨਾਲ ਭਾਰਤੀ ਚਿੱਤਰਕਲਾ ਤੇ ਅੰਗਰੇਜ਼ੀ ਚਿੱਤਰਕਲਾ ਦਾ ਡੂੰਘਾ ਪ੍ਰਭਾਵ ਪੈਣਾ ਸ਼ੁਰੂ ਹੋਇਆ ਤੇ ਭਾਰਤੀ ਕਲਾਕਾਰ ਯੂਰਪੀਅਨ ਚਿੱਤਰਕਲਾ ਦੇ ਢੰਗ ਅਪਣਾਉਣ ਲੱਗ ਪਏ। ਬੰਗਾਲ ਵਿੱਚ ਮਹਾਕਲਾਕਾਰ ਅਬਿੰਦਰਾ ਨਾਥ ਦੀ ਅਗਵਾਈ ਹੇਠ ਇੱਕ ਲਹਿਰ ਚੱਲੀ, ਜਿਸ ਨੇ ਭਾਰਤੀ ਚਿੱਤਰਕਲਾ ਨੂੰ ਮੁੜ ਸੁਰਜੀਤ ਕਰਨ ਦਾ ਅੰਦੋਲਨ ਚਲਾਇਆ। ਇਹ ਨਵੀਂ ਲਹਿਰ ਬੰਗਾਲ ਸਕੂਲ ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਬੰਬਈ, ਕੇਰਲ, ਮਸੂਰ ਆਦਿ ਵਿੱਚ ਇਸ ਤਰ੍ਹਾਂ ਦੇ ਕੇਂਦਰ ਖੁੱਲ੍ਹ ਗਏ। ਆਧੁਨਿਕ ਕਾਲ ਦੀ ਚਿੱਤਰਕਲਾ ਯੂਰਪੀਅਨ ਤੇ ਭਾਰਤੀ ਕਲਾ ਦਾ ਸੁਚੱਜਾ ਮਿਸ਼ਰਣ ਹੈ। ਭਾਰਤੀ ਸਰਕਾਰ ਨੇ ਚਿੱਤਰਕਲਾ ਨੂੰ ਕੌਮੀ ਉਤਸ਼ਾਹ ਦੇਣ ਲਈ ਦਿੱਲੀ ਵਿੱਚ ਲਲਿਤ ਕਲਾ ਅਕੈਡਮੀ ਦੇ ਨਾਂ ਥੱਲੇ ਇੱਕ ਸੰਸਥਾ ਬਣਾਈ ਹੈ, ਜਿਸ ਦੀਆਂ ਸ਼ਾਖਾਂ ਹਰ ਰਾਜ ਵਿੱਚ ਫੈਲ ਗਈਆਂ ਹਨ। ਅੰਤ ਵਿੱਚ ਮਨੁੱਖ ਦੀ ਬਣਾਈ ਹੋਈ ਕੋਈ ਵੀ ਵਸਤ ਜਿਹੜੀ ਸਾਡੇ ਵਲਵਲਿਆਂ ਨੂੰ ਉਭਾਰਦੀ ਹੈ, ਸਾਡੇ ਮਨ 'ਤੇ ਸੁੰਦਰਤਾ ਦਾ ਪ੍ਰਭਾਵ ਪਾਉਂਦੀ ਹੈ, ਉਸ ਨੂੰ ਅਸੀਂ ਕਲਾ ਦਾ ਨਾਂ ਦਿੰਦੇ ਹਾਂ। ਜਦ ਤੋਂ ਮਨੁੱਖ ਦੀ ਉਤਪਤੀ ਹੋਈ ਹੈ, ਉਹ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਲਈ ਕਲਾ ਦਾ ਸਹਾਰਾ ਲੈਂਦਾ ਰਿਹਾ ਹੈ। ਪੱਥਰ ਯੁੱਗ ਦੀਆਂ ਕੁੰਦਰਾਂ ਵਿੱਚ ਰਹਿਣ ਵਾਲੇ ਮਨੁੱਖ ਵੀ ਆਪਣੇ ਅੰਦਰਲੇ ਭਾਵ ਕੰਧ ਚਿੱਤਰਾਂ ਦੁਆਰਾ ਪ੍ਰਗਟ ਕਰਦੇ ਰਹੇ ਤੇ ਆਪਣੀਆਂ ਕੰਧਾਂ ਨੂੰ ਪਸ਼ੂਆਂ, ਪੰਛੀਆਂ ਅਤੇ ਫੁੱਲਾਂ ਦੇ ਚਿੱਤਰਾਂ ਨਾਲ ਸਜਾਉਂਦੇ ਰਹੇ। ਇਹ ਚਿੱਤਰ ਫਰਾਂਸ ਅਤੇ ਹਰ ਦੇਸ਼ਾਂ ਵਿੱਚ ਪੁਰਾਤਨ ਕੁੰਦਰਾਂ ਦੀਆਂ ਕੰਧਾਂ 'ਤੇ ਪਾਏ ਗਏ ਮਿਲੇ ਹਨ। ਕਲਾ ਦੇ ਸਿਧਾਂਤਾਂ ਦੀ ਸੂਝ-ਬੂਝ ਦੁਆਰਾ ਅਸੀਂ ਆਪਣੇ ਆਲੇ ਦੁਆਲੇ ਦੀ ਸੁੰਦਰਤਾ ਤੋਂ ਆਨੰਦ ਮਾਣ ਸਕਦੇ ਹਾਂ। ਸੁੰਦਰਤਾ ਦੋ ਪ੍ਰਕਾਰ ਦੀ ਹੈ, ਕੁਦਰਤੀ ਸੁੰਦਰਤਾ ਤੇ ਮਨੁੱਖ ਦੀ ਉਪਜਾਈ ਸੁੰਦਰਤਾ। ਸੁੰਦਰ ਚਿਹਰਾ, ਚੰਦ ਦੀ ਚਾਨਣੀ, ਤਾਰਿਆਂ ਭਰਿਆ ਆਕਾਸ਼, ਵਹਿੰਦੀ ਨਦੀ, ਫਲ ਅਤੇ ਫੁੱਲ, ਸੂਰਜ ਦੇ ਪ੍ਰਕਾਸ਼ ਅਤੇ ਅਸਤ ਹੋਣ ਵੇਲੇ ਦੇ ਆਕਾਸ਼ੀ ਰੰਗ ਕੁਦਰਤੀ ਸੁੰਦਰਤਾ ਦੇ ਵੱਖ-ਵੱਖ ਰੂਪ ਹਨ। ਇਹਨਾਂ ਦ੍ਰਿਸ਼ਾਂ ਨੂੰ ਪੈਨਸਲ ਜਾਂ ਰੰਗਾਂ ਦੁਆਰਾ ਹੂ-ਬਹੂ ਕਾਗਜ਼ ਜਾਂ ਕੈਨਵਸ 'ਤੇ ਬਣਾ ਲੈਣ ਨੂੰ ਹੀ ਕਲਾ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਕਿਸੇ ਵੀ ਕੁਦਰਤੀ ਦ੍ਰਿਸ਼ ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਕੁਝ ਵਲਵਲੇ ਪੈਦਾ ਹੁੰਦੇ ਹਨ, ਖੁਸ਼ੀ ਦੇ, ਉਦਾਸੀ ਦੇ, ਪਿਆਰ ਦੇ। ਜੇ ਕੋਈ ਮਨੁੱਖ ਆਪਣੇ ਮਨ ਵਿੱਚ ਇਸ ਉਤਪੰਨ ਹੋਏ ਆਨੰਦ, ਖੁਸ਼ੀ ਜਾਂ ਉਦਾਸੀ ਦੇ ਭਾਵਾਂ ਨੂੰ ਚਿੱਤਰ ਜਾਂ ਹੋਰ ਕਿਸੇ ਰਚਨਾ ਦੁਆਰਾ ਪ੍ਰਗਟ ਕਰਨ ਵਿੱਚ ਸਫਲ ਹੁੰਦਾ ਹੈ, ਤਾਂ ਉਸ ਰਚਨਾ ਨੂੰ ਅਸੀਂ ਕਲਾ ਦਾ ਨਾਂ ਦੇ ਦਿੰਦੇ ਹਾਂ। ਜਿਸ ਵੇਲੇ ਅਸੀਂ ਕਿਸੇ ਕਲਾਕਾਰ ਦੇ ਬਣਾਏ ਚਿੱਤਰ ਨੂੰ ਵੇਖਦੇ ਹਾਂ ਤਾਂ ਸੁੰਦਰਤਾ ਦੇ ਉਹੀ ਭਾਵ ਜਿਹੜੇ ਉਹਦੇ ਮਨ ਵਿੱਚ ਪੈਦਾ ਹੋਏ ਸਨ, ਸਾਡੇ ਮਨ ਵਿੱਚ ਵੀ ਪੈਦਾ ਹੁੰਦੇ ਹਨ। ਇਸ ਨਾਲ ਸਾਡੀ ਸੁੰਦਰਤਾ ਨੂੰ ਪਛਾਣਨ ਅਤੇ ਮਹਿਸੂਸ ਕਰਨ ਦੀ ਸ਼ਕਤੀ ਵੱਧਦੀ ਹੈ। ਜੋ ਸੁੰਦਰਤਾ ਅਸੀਂ ਮਹਿਸੂਸ ਕਰਦੇ ਹਾਂ, ਉਸ ਦਾ ਅਸਰ ਸਾਡੇ ਚਿਹਰੇ 'ਤੇ, ਸਾਡੇ ਕੰਮਾਂ 'ਤੇ, ਸਾਡੇ ਆਲੇ ਦੁਆਲੇ 'ਤੇ ਪੈਂਦਾ ਹੈ। ਇਸ ਤਰ੍ਹਾਂ ਆਪਣੇ ਆਲੇ ਦੁਆਲੇ ਸੁੰਦਰਤਾ ਖਿਲਾਰ ਕੇ ਅਸੀਂ ਹੌਲੀ-ਹੌਲੀ ਇੱਕ ਆਦਰਸ਼ਕ ਦੁਨੀਆ ਦੇ ਨਾਗਰਿਕ ਬਣ ਜਾਂਦੇ ਹਾਂ। ਇਸੇ ਆਦਰਸ਼ਕ ਦੁਨੀਆ ਨੂੰ ਸਵਰਗ ਕਹਿੰਦੇ ਹਨ। ਸਵਰਗ ਦੇ ਰਹਿਣ ਵਾਲੇ ਦੇਵਤੇ ਹੁੰਦੇ ਹਨ। ਇਸੇ ਦੀ ਕਲਾ ਸਾਨੂੰ ਮਨੁੱਖ ਤੋਂ ਦੇਵਤੇ ਬਣਨ ਦਾ ਮਾਰਗ ਦੱਸਦੀ ਹੈ। ਸੁੰਦਰਤਾ ਦਾ ਸੱਚਾਈ ਨਾਲ ਡੂੰਘਾ ਸੰਬੰਧ ਹੈ। ਅਸਲ ਵਿੱਚ ਸੁੰਦਰਤਾ ਸੱਚਾਈ ਦਾ ਆਦਰਸ਼ਕ ਰੂਪ ਹੈ। ਸੁੰਦਰਤਾ ਨੂੰ ਅਪਣਾਉਣ ਦਾ ਭਾਵ ਹੈ ਸੱਚਾਈ ਨੂੰ ਅਪਣਾਉਣਾ। ਸੱਚਾਈ ਨੂੰ ਅਪਣਾਉਣ ਦਾ ਭਾਵ ਹੈ ਆਪਣੇ ਇਖਲਾਕੀ ਜੀਵਨ ਨੂੰ ਉੱਚਿਆ ਕਰਨਾ। ਜੋ ਕੌਮਾਂ ਸਹੀ ਅਰਥਾਂ ਵਿੱਚ ਕਲਾ ਨੂੰ ਅਪਣਾਉਂਦੀਆਂ ਹਨ, ਉਹ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਜਾਂਦੀਆਂ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਕਲਾ ਦੇ ਅਸੂਲਾਂ ਨੂੰ ਸਮਝੀਏ, ਕਲਾ ਨੂੰ ਅਪਣਾਈਏ ਤੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਕਰੀਏ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬੰਗਾ।